ਆਮ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਫਰਤਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਿਮ ਕਹਿ ਮੌਨ ਧਰੇ ਗੁਣ ਖਾਨੀ। ਉਠਿਓ ਭੂਪ ਤਬ ਬੰਧਨ ਠਾਨੀ। ਗਮਨਿਓ ਨੌ ਰੰਗ ਖੇਟਿਕ ਗਇਓ। ਸਰਬ ਵਰਤਾਂਤ ਸੁਨਾਵਤ ਭਇਓ। ਹਿਮ ਕਹਿ ਮੌਨ ਧਰੇ ਗੁਣ ਖਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਦਾ ਗੱਦੀ ਦੇ ਤਖਤ ਤੇ ਸੁਭਾਏ ਮਾਨ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਹਾਨ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅਮਾਵਸ ਦੇ ਦਿਹਾੜੇ ਤੇ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਹੀ ਸਿੱਖ ਸੰਗਤਾਂ ਮਹਾਰਾਜ ਦੇ ਹਜ਼ੂਰ ਦਰਸ਼ਨ ਪਰਸ਼ਨ ਕਰ ਰਹੀਆਂ ਨੇ, ਹਾਜ਼ਰੀਆਂ ਭਰ ਰਹੇ ਹੋ। ਪਿਛਲੇ ਪੈਰ ਦੇ ਸਮੇਂ ਦੇ ਦੀਵਾਨ ਸਜੇ ਹਨ। ਗੁਰੂ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਜਿਸ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵਨ ਜੀਵਨ ਦੇ ਪ੍ਰਸੰਗ ਚੱਲ ਰਹੇ ਹਨ। ਪਿਛਲੇ ਸਮੇਂ ਦੇ ਵਿੱਚ ਇੱਥੋਂ ਤੱਕ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਸੱਚਖੰਡ ਨੂੰ ਜਾਣ ਦੀ ਤਿਆਰੀ ਕੀਤੀ ਹੈ ਸਤਿਗੁਰਾਂ ਨੇ, ਤਾਂ ਉਸ ਵੇਲੇ ਸਿੱਖ ਸੰਗਤਾਂ ਨੇ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸੁਨੇਹਾ ਦੇ ਦਿੱਤਾ ਨੇੜੇ ਦੇ ਦਾਸਾਂ ਨੂੰ, ਕਹਿੰਦੇ ਜਾਓ ਵੀ ਹੁਣ ਅਸੀਂ ਸੱਚਖੰਡ ਨੂੰ ਜਾਣਾ ਚਾਹੁੰਦੇ ਹਾਂ। ਜਿਹਨੇ ਸਾਨੂੰ ਮਿਲਣਾ, ਜਿਹਨੇ ਕੋਈ ਬਚਨ ਬਿਲਾਸ ਕਰਨਾ, ਜੋ ਦਰਸ਼ਨ ਕਰਨੇ ਆ ਕੇ ਸਾਡੇ ਦਰਸ਼ਨ ਕਰ ਲਵੇ। ਗੁਰਬਖਸ਼ ਮਸੰਦ ਰਾਜਾ ਜੈ ਸਿੰਘ, ਦਿੱਲੀ ਦੀਆਂ ਸੰਗਤਾਂ, ਆਸ ਪਾਸ ਦੀਆਂ ਸਿੱਖ ਸੰਗਤਾਂ, ਉਹ ਸਾਰੀਆਂ ਹੀ ਮਹਾਰਾਜ ਦਾ ਸੁਨੇਹਾ ਸੁਣ ਕੇ ਤੇ ਵੈਰਾਗ ਦੇ ਵਿੱਚ ਆ ਗਈਆਂ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਆ ਰਹੇ ਨੇ ਤੇ ਨਾਲੇ ਵੈਰਾਗ ਕਰ ਰਹੇ ਹਨ।
ਵੀ ਗਰੀਬ ਨਵਾਜ਼ ਸਤਿਗੁਰਾਂ ਦੇ ਸਰੀਰ ਓਲੇ ਹੋਣ ਤੋਂ ਬਾਅਦ ਅਸੀਂ ਕੀ ਕਰਾਂਗੇ। ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ, ਪਹਿਲੇ ਜਿੰਨੇ ਵੀ ਸਤਿਗੁਰੂ ਜਦੋਂ ਸੱਚਖੰਡ ਗਏ ਨੇ ਆਪਣੇ ਥਾਂ ਤੇ, ਉਹ ਗੁਰੂ ਥਾਪ ਕੇ ਸਿੱਖਾਂ ਦੀ ਬਾਹਾਂ ਉਹਨਾਂ ਨੂੰ ਪਕੜਾ ਕੇ ਫੇਰ ਜਾਂਦੇ ਰਹੇ ਨੇ। ਤੇ ਮਹਾਰਾਜ ਸਾਹਿਬ ਜੀ ਆਪ ਜੀ ਦੀ ਅਵਸਥਾ ਥੋੜ੍ਹੀ ਹੈ, ਸਰੀਰ ਛੋਟਾ ਏ, ਜਿਸ ਕਰਕੇ ਆਪ ਦੇ ਸਰੂਪ ਤੋਂ ਹਾਲਾਂ ਪੁੱਤਰ ਵੀ ਪ੍ਰਗਟ ਨਹੀਂ ਹੋਇਆ। ਅਤੇ ਮਹਾਰਾਜ ਆਪ ਕੁਝ ਸਮਾਂ ਹੋਰ ਆਪਣੀ ਜੋ ਉਮਰ ਹੈ, ਉਹ ਆਪਣੀ ਜੋ ਅਵਸਥਾ ਹੈ, ਆਪਣੀ ਜੋ ਉਮਰ ਹੈ, ਉਸ ਨੂੰ ਹੋਰ ਥੋੜ੍ਹਾ ਵਧਾ ਲਓ। ਜਦੋਂ ਮਹਾਰਾਜ ਤੁਹਾਡੇ ਪੁੱਤਰ ਹੋਵੇ, ਉਹ ਜਦੋਂ ਸਮਝੋ ਵੀ ਹੁਣ ਯੋਗ ਹੋ ਗਿਆ, ਲਾਇਕ ਹੋ ਗਿਆ, ਫਿਰ ਸਤਿਗੁਰੂ ਜੀ ਆਪ ਜੀ ਗੁਰਤਾ ਗੱਦੀ ਦੇ ਤਖਤ 'ਤੇ ਬਿਠਾ ਕਰਕੇ ਤੇ ਉਸ ਨੂੰ ਜਦੋਂ ਸੱਚਖੰਡ ਜਾਣਾ ਚਾਹੋ ਤਾਂ ਸੱਚਖੰਡ ਨੂੰ ਚਲੇ ਜਾਓ। ਇਵੇਂ ਸੰਗਤ ਨੇ ਅਰਦਾਸ ਕੀਤੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ। ਕਹਿਣ ਦਾ ਭਾਵ ਇਹ ਸੀ ਵੀ ਕੁਝ ਸਮਾਂ ਮਹਾਰਾਜ ਤੁਸੀਂ ਹੋਰ ਸਰੀਰ ਵਿੱਚ ਰਹੋ। ਹਾਲਾਂ ਸੁਣਦੇ ਰਹੇ ਪਿਆਰ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ। ਤੇ ਇਹਨਾਂ ਨੇ ਵੀ ਸ਼ੰਕਾ ਜ਼ਾਹਰ ਕੀਤਾ, ਮਹਾਰਾਜ ਇੱਦਾਂ ਤਾਂ ਗੁਰਗੱਦੀ ਕਿਤੇ ਖਤਮ ਹੀ ਨਾ ਹੋ ਜਾਵੇ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਜਿਹੜਾ ਸੱਚਖੰਡ ਨੂੰ ਜਾਣ ਦੀ ਗੱਲ ਹੈ, ਉਹ ਤਾਂ ਪਰਮੇਸ਼ਰ ਦੀ ਮਰਜ਼ੀ ਦੇ ਨਾਲ, ਪਰਮੇਸ਼ਰ ਦੀ ਰਜ਼ਾ ਦੇ ਅਨੁਸਾਰ ਜੋ ਹੋਣਾ, ਉਸ ਦੀ ਰਜ਼ਾ 'ਚ, ਉਹਦੇ ਹੁਕਮ 'ਚ ਅਸੀਂ ਰਾਜੀ ਰਹਾਂਗੇ। ਤੇ ਰਹੀ ਗੱਲ ਜਿਹੜੀ ਸਤਿਗੁਰੂ ਜੀ ਕਹਿੰਦੇ ਵੀ ਉਹ ਜਾਣ ਦਾ ਕਾਰਨ, ਉਹ ਅਸੀਂ ਨਹੀਂ ਦੱਸ ਸਕਦੇ, ਉਹ ਪ੍ਰਗਟ ਨਹੀਂ ਕਰ ਸਕਦੇ। ਫਿਰ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ, ਗੁਰੂ ਨਾਨਕ ਸਾਹਿਬ ਦੀ ਗੱਦੀ ਦੀ ਗੱਲ ਕਰਦੇ ਹੋ, ਇਹ ਕਦੀ ਨਾਸ ਨਹੀਂ ਹੋਵੇਗੀ, ਇਹ ਜੁਗੋ ਜੁਗ ਅਟਲ ਰਹੇਗੀ। ਸਿੱਖ ਸੰਗਤਾਂ ਇਹ ਤੋਂ ਲਾਭ ਲੈਣਗੀਆਂ, ਸਦਾ ਆਨੰਦ ਮਾਣਦੀਆਂ ਰਹਿਣਗੀਆਂ। ਸੋ ਇਸ ਕਰਕੇ ਇਹ ਮਨ 'ਚੋਂ ਸ਼ੰਕਾ ਕੱਢ ਦਿਓ ਵੀ ਗੱਦੀ ਖਤਮ ਹੋ ਜਾਵੇਗੀ। ਆਵਾਜ਼ ਘੱਟ ਕਰਨੀ ਚਾਹੀਦੀ, ਵਧਾਈ ਜਾਂਦੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਗੱਦੀ ਹੈ, ਉਹ ਕਦੀ ਵੀ ਖਤਮ ਨਹੀਂ ਹੋਊ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਗੁਰਬਾਣੀ ਦੇ ਲੜ ਲੱਗੋ, ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ। ਗੁਰਬਾਣੀ ਪੜ੍ਹੋ ਸੁਣੋਗੇ ਤਾਂ ਸਾਡੇ ਨਾਲ ਹੀ ਬਚਨ ਬਿਲਾਸ ਹੋਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਭਰੋਸਾ ਰੱਖੋ। ਸਤਿਗੁਰੂ ਤੁਹਾਡੇ ਸਾਰੇ ਕਾਰਜ ਕਰਨਗੇ, ਹਰ ਤਰ੍ਹਾਂ ਕਰਕੇ ਸਹਾਈ ਹੋਣਗੇ। ਸੋ ਇਹ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ। ਅਤੇ ਜੈ ਸਿੰਘ ਵੀ ਸੁਣ ਕੇ ਚੁੱਪ ਹੋ ਗਿਆ, ਸੰਗਤ ਵੀ ਚੁੱਪ ਹੋ ਗਈ। ਵੈਰਾਗ ਵਿੱਚ ਹੈ ਵੀ ਗੁਰੂ ਸਾਹਿਬ ਜੀ ਹੁਣ ਭਾਣਾ ਵਰਤਾਉਣਗੇ, ਸੱਚਖੰਡ ਨੂੰ ਜਾਣਗੇ, ਨਹੀਂ ਸਾਡਾ ਬਚਨ ਮੰਨ ਕੇ ਇੱਥੇ ਰਹਿਣਗੇ। ਇੱਥੋਂ ਤੀਕਰ ਆਪਾਂ ਪ੍ਰਸੰਗ ਕੱਲ੍ਹ ਸਰਵਣ ਕੀਤੇ ਹਨ। ਉਸ ਤੋਂ ਅੱਗੇ ਜਿਵੇਂ ਕਥਾ ਆ ਰਹੀ ਹੈ, ਉਹ ਪਾਵਨ ਪਵਿੱਤਰ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਆਓ ਪ੍ਰੇਮ ਪਿਆਰ ਦੇ ਸਹਿਤ ਸਰਵਣ ਕਰੀਏ। ਰਸਨਾ ਕਰੋ ਪਵਿੱਤਰ ਸਾਰੀ ਸੰਗਤ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਿਮ ਕਰ ਮੋਰ ਧਰੇ ਗੁਣ ਖਾਨੀ। ਸੋ ਇਸ ਤਰ੍ਹਾਂ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਮਨਾ ਕਰ ਦਿੱਤਾ ਨਾ ਵੀ ਨਹੀਂ, ਇੱਦਾਂ ਨਹੀਂ ਹੋ ਸਕਦਾ, ਮਾਲਕ ਦੀ ਮਰਜ਼ੀ ਹੁਕਮ ਹੈ, ਅਸੀਂ ਸੱਚਖੰਡ ਜਾਵਾਂਗੇ। ਇਹ ਜਾਣਾ ਮਰਿਆਦਾ ਵੀ ਹੈ। ਫਿਰ ਇਹਦੇ ਵਿੱਚ ਜਿਹੜੇ ਕਾਰਨ ਹਨ ਉਹ ਵੀ ਸਤਿਗੁਰੂ ਸਾਹਿਬ ਕਹਿੰਦੇ ਸੀ ਤੁਹਾਨੂੰ ਪ੍ਰਗਟ ਕਰਕੇ ਨਹੀਂ ਦੱਸ ਸਕਦੇ। ਪਰ ਇਹ ਭਰੋਸਾ ਰੱਖੋ, ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਦਾ ਦਰ, ਇਹ ਜੁਗੋ ਜੁਗ ਅਟਲ ਹੈ ਤੇ ਜੁਗੋ ਜੁਗ ਅਟਲ ਹੀ ਰਹੇਗਾ। ਇਹ ਗੁਰਿਆਈ ਗੱਦੀ ਮਿਟਣ ਵਾਲੀ ਨਹੀਂ ਹੈ। ਜਦੋਂ ਇਸ ਤਰ੍ਹਾਂ ਮਹਾਰਾਜ ਦਾ ਹੁਕਮ ਸੁਣਿਆ ਤਾਂ ਉਸ ਵੇਲੇ ਜੈ ਸਿੰਘ ਨੇ ਕਿਹਾ ਵੀ ਮਹਾਰਾਜ ਫਿਰ ਔਰੰਗਜ਼ੇਬ ਤੁਹਾਨੂੰ ਮਿਲਣਾ ਚਾਹੁੰਦਾ, ਉਹਨੂੰ ਮੈਂ ਕੀ ਕਹਾਂ, ਉਹ ਵੀ ਤਾਂ ਦਰਸ਼ਨਾਂ ਦੀ ਇੱਛਾ ਰੱਖਦਾ। ਸਾਹਿਬ ਕਹਿੰਦੇ ਉਹਨੇ ਸਾਨੂੰ ਮਿਲ ਕੇ ਕੀ ਲੈਣਾ, ਸ਼ਕਤੀਆਂ ਵੇਖਣੀਆਂ ਸਨ। ਉਹ ਰਾਮ ਰਾਏ ਨੇ 350 ਕਰਾਮਾਤਾਂ ਵਿਖਾਈਆਂ ਨੇ। ਅਤੇ ਫਿਰ
ਉਹ ਜੇ ਆਪਣਾ ਪ੍ਰਲੋਕ ਸੁਧਾਰਨਾ ਚਾਹੁੰਦਾ, ਉਹਦੇ ਲਈ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਲਿਖ ਕੇ ਦੇ ਦਿੱਤਾ। ਉਹ ਪੜ੍ਹੇ, ਅਭਿਆਸ ਕਰੇ, ਉਹਦੀ ਕਮਾਈ ਕਰੇ ਤਾਂ ਆਪਣੇ ਆਪ ਹੀ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਉਹਦੀ ਕਲਿਆਣ ਹੋ ਜਾਏਗੀ। ਹੋਰ ਸਾਡੇ ਨਾਲ ਮਿਲਣ ਦਾ ਤੀਸਰਾ ਉਹਦਾ ਕੋਈ ਕੰਮ ਨਹੀਂ ਹੈ। ਤੇ ਗੁਰੂ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਦਾ ਇਹ ਬਚਨ ਸੁਣ ਕੇ ਜੈ ਸਿੰਘ ਵੀ ਚੁੱਪ ਹੋ ਗਿਆ। ਬਾ ਸਾਰੀ ਸੰਗਤ ਨੇ ਉਸ ਵੇਲੇ ਮੌਨ ਠਾਣ ਲਏ। ਉਠਿਓ ਭੂਪ ਤਬ ਬੰਧਨ ਠਾਨੀ। ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੀ ਆਗਿਆ ਲੈ ਕੇ ਰਾਜਾ ਉੱਠਿਆ ਏ। ਨਮਨਿਓ ਨੌ ਰੰਗ ਕੇ ਟਿਕ ਗਇਓ। ਅਤੇ ਉਸੇ ਵੇਲੇ ਦਰਬਾਰ ਦੇ ਵਿੱਚੋਂ ਮਹਾਰਾਜ ਨੂੰ ਨਮਸਕਾਰ ਕਰਕੇ ਚਲਾ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ। ਤੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚ ਗਿਆ। ਸਰਬ ਬਰਤਾਂਤ ਸੁਨਾਵਤ ਭਇਓ। ਜੈ ਸਿੰਘ ਨੇ ਜਾ ਕੇ ਸਾਰੀ ਗੱਲ ਦੱਸੀ, ਕਿਉਂਕਿ ਉਹਨੇ ਕਿਹਾ ਸੀ ਨਾ ਸਤਿਗੁਰਾਂ ਦਾ ਹਾਲ ਚਾਲ ਵੀ ਜਾਣਦੇ ਰਹਿਣਾ ਤੇ ਸਤਿਗੁਰਾਂ ਨਾਲ ਮੇਲ ਵੀ ਰੱਖਣਾ। ਹੁਣ ਜਦੋਂ ਸਤਿਗੁਰਾਂ ਦਾ ਸੁਨੇਹਾ ਹੀ ਚਲਾ ਗਿਆ ਵੀ ਅਸੀਂ ਸੱਚਖੰਡ ਚੱਲੇ ਆ, ਜਿਹਨੇ ਮਿਲਣਾ ਮਿਲ ਲਓ। ਸਭ ਮਿਲ ਰਹੇ ਨੇ, ਜੈ ਸਿੰਘ ਵੀ ਮਿਲ ਕੇ ਚਲਾ ਗਿਆ ਤੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕਰਕੇ ਸਾਰਾ ਵਰਤਾਂਤ ਦੱਸਿਆ। ਤਬਹਿ ਸਾਹ ਬੋਲਿਓ ਨਿਰਪਸਾਥ। ਉਸ ਵੇਲੇ ਔਰੰਗਜ਼ੇਬ ਨੂੰ ਜਦੋਂ ਮਿਰਜ਼ਾ ਰਾਜਾ ਜੈ ਸਿੰਘ ਨੇ ਕਿਹਾ ਨਾ ਵੀ ਹੇ ਬਾਦਸ਼ਾਹ ਜੀ, ਵੀ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਾਂ ਸੱਚਖੰਡ ਦੀ ਤਿਆਰੀ ਬੰਨੀ ਬੈਠੇ ਹਨ, ਤਾਂ ਸੱਚਖੰਡ ਨੂੰ ਚੱਲੇ ਨੇ। ਤੇ ਜਦੋਂ ਇਹ ਗੱਲ ਦੱਸੀ ਜਾ ਕੇ ਜੈ ਸਿੰਘ ਨੇ, ਉਸ ਵੇਲੇ ਔਰੰਗਜ਼ੇਬ ਜੈ ਸਿੰਘ ਨੂੰ ਕਹਿਣ ਲੱਗਾ, ਆਖੋ ਸੁਧ ਤੁਮ ਜੈਪੁਰ ਨਾਥ। ਵੀ ਹੇ ਅੰਬਰਪੁਰ ਦੇ ਮਾਲਕ ਮਿਰਜ਼ਾ ਜੈ ਸਿੰਘ, ਫਿਰ ਏਦਾਂ ਹੈ ਵੀ ਤੂੰ ਸੁਧ ਖਬਰ ਲੈਂਦਾ ਰਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ। ਹਰ ਤਰ੍ਹਾਂ ਕਰਕੇ ਤੂੰ ਧਿਆਨ ਰੱਖ ਵੀ ਵੇਖ ਕਿਵੇਂ ਸਤਿਗੁਰੂ ਸੱਚਖੰਡ ਨੂੰ ਜਾਂਦੇ ਹਨ। ਨਾਨਕ ਦਜ ਹੈ ਆਨ ਸੁਧ ਦੀਜੈ। ਜਦੋਂ ਮਹਾਰਾਜ ਸਰੀਰ ਤਿਆਗਣ ਉਸੇ ਵੇਲੇ ਮੈਨੂੰ ਆ ਕੇ ਸਾਰੀ ਖਬਰ ਦੇਣੀ। ਔਰੰਗਜ਼ੇਬ ਕਹਿੰਦਾ, ਮੋਹ ਬਿਨ ਕਹੇ ਚਾਹੋ ਨਹਿ ਕੀਜੈ। ਮੋਹ ਬਿਨ ਕਹੇ ਦਾਹੋ ਨਹਿ ਕੀਜੈ। ਮੇਰੇ ਕਹੇ ਤੋਂ ਬਗੈਰ ਅੰਤਮ ਸੰਸਕਾਰ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਕਰਿਓ। ਨਿਸਕੈ ਦਿਨ ਹੋਵੇ ਤਿਸ ਕਾਲ। ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ, ਜਦੋਂ ਸਤਿਗੁਰੂ ਜੀ ਸੱਚਖੰਡ ਨੂੰ ਜਾਣ। ਤਨ ਤਿਆਗੇ ਸੁਧ ਦੇਹ ਉਤਾਲ। ਉਤਾਲ ਛੇਤੀ ਦੇ ਨਾਲ ਔਰੰਗਜ਼ੇਬ ਜੈ ਸਿੰਘ ਨੂੰ ਕਹਿੰਦਾ, ਮੈਨੂੰ ਖਬਰ ਜ਼ਰੂਰ ਕਰਨੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਰੀਰ ਛੱਡਣ ਦੀ। ਇਤੋ ਪ੍ਰਸੰਗ ਸਾਹੋ ਟਿਕ ਭਇਓ। ਇਸ ਤਰ੍ਹਾਂ ਇਤੋ ਪ੍ਰਸੰਗ ਸਾਹੋ ਟਿਕ ਭਇਓ। ਇਹ ਸਾਰੀ ਗੱਲਬਾਤ ਔਰੰਗਜ਼ੇਬ ਦੇ ਨਾਲ ਤੇ ਜੈ ਸਿੰਘ ਦੀ ਆਪਸ ਵਿੱਚ ਹੋਈ। ਇਹਨੇ ਗੁਰਾਂ ਦੇ ਸੱਚਖੰਡ ਜਾਣ ਦਾ ਦੱਸਿਆ ਅਤੇ ਜੈ ਸਿੰਘ ਨੂੰ ਅੱਗੋਂ ਫਿਰ ਔਰੰਗਜ਼ੇਬ ਨੇ ਕਿਹਾ ਵੀ ਮੈਨੂੰ ਰਾਤ ਹੋਵੇ ਦਿਨ ਹੋਵੇ ਜ਼ਰੂਰ ਦੱਸਣਾ। ਜੈ ਸਿੰਘ ਨਿਜ ਘਰ ਕੋ ਚਲ ਗਇਓ। ਜੈ ਸਿੰਘ ਔਰੰਗਜ਼ੇਬ ਕੋ ਲੈ ਕੇ ਅੱਗੇ ਆਪਣੇ ਘਰ ਨੂੰ ਚਲਾ ਗਿਆ। ਸੁਦੇਹ ਤੇ ਆਪਣੇ ਮੰਜ ਪਠਾਏ। ਤੇ ਉੱਥੇ ਜਾਂਦਿਆਂ ਫੇਰ ਹੀ ਆਪਣੇ ਕੁਝ ਮਨੁੱਖ ਕੁਝ ਦੂਤ ਭੇਜੇ ਨੇ ਵੀ ਜਾਓ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਦੀ ਖਬਰ ਲੈ ਕੇ ਆਵੋ। ਕਹਿਓ ਕਿ ਸੁਣ ਆਵੋ ਉਤਲਾਏ। ਭਾਵੇਂ ਕਿ ਜੈ ਸਿੰਘ ਆਪ ਹਾਲਾਂ ਸਵੇਰੇ ਹੀ ਦਰਸ਼ਨ ਕਰ ਗਿਆ, ਪਰ ਫਿਰ ਆਪਣੇ ਮਹਿਲਾਂ ਜਾਉਂਦਿਆਂ ਮਨੁੱਖ ਭੇਜੇ ਨੇ ਕਿ ਗੁਰੂ ਦੀ ਖਬਰ ਲੈ ਕੇ ਤੇ ਛੇਤੀ ਆ ਕੇ ਮੈਨੂੰ ਦੱਸੋ। ਇਸ ਪ੍ਰਕਾਰ ਦਿਨ ਭਇਓ ਬਰਤੰਤ। ਇਸ ਤਰ੍ਹਾਂ ਸਾਰਾ ਦਿਨ ਇਹ ਵਰਤਾਂਤ ਹੁੰਦਾ ਰਿਹਾ, ਕੌਤਕ ਹੁੰਦਾ ਰਿਹਾ। ਸੰਧਿਆ ਸਮੇਂ ਗੁਰ ਭਗਵੰਤ। ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਸੂਰਜ ਅਸਤ ਹੋਣ ਦਾ ਸਮਾਂ ਆਇਆ, ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਦੋਹਰਾ ਸੂਰਜ ਅਸਤਿਓ ਪ੍ਰਾਂਚ। ਸੂਰਜ ਅਸਤਾ ਅਪਰਾਂਚ ਕਹਿੰਦੇ ਵੀ ਪੱਛਮ ਵਾਲੇ ਪਾਸੇ ਨੂੰ ਜਦੋਂ ਸੂਰਜ ਛਿਪ ਗਿਆ, ਓਲੇ ਹੋ ਗਿਆ। ਇਸ ਪਾ ਸੰਧਿਆ ਕੋ ਕਾਲ। ਸੂਰਜ ਅਸਤਿਓ ਪ੍ਰਾਂਚ ਦਿਸ ਭਾ ਸੰਧਿਆ ਕੋ ਕਾਲ। ਤੇ ਜਦੋਂ ਸੰਧਿਆ ਦਾ ਸਮਾਂ ਹੋਇਆ ਹੈ ਰਾਤਰੀ ਦਾ, ਆਏ ਜਾਏ ਸਿੱਖਪੁਰੀ ਤੇ। ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਕੋਈ ਦਿੱਲੀ ਤੋਂ ਆ ਰਿਹਾ ਹੈ, ਕੋਈ ਦਰਸ਼ਨ ਕਰਕੇ ਘਰ ਨੂੰ ਵਾਪਸ ਜਾ ਰਿਹਾ ਏ। ਸਤਿਗੁਰੂ ਕਿਰਪਾਲ। ਕਿਰਪਾਲੂ ਸਤਿਗੁਰੂ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਨ ਸਾਰੇ। ਜਾਓ ਭਾਈ
ਬਰਿੰਦ ਮਸੰਦ ਥਿਰੇ ਸਭ ਆਏ। ਬਰਿੰਦ ਬਹੁਤ ਹੀ ਜਿਹੜੇ ਮਸੰਦ ਨੇ ਉਹ ਵੀ ਸਾਰੇ ਮਹਾਰਾਜ ਦੇ ਦਰ ਤੇ ਹੀ ਆਣ ਕੇ ਬੈਠ ਗਏ ਗੁਰੂ ਸਾਹਿਬ ਜੀ ਦੇ ਸੱਚਖੰਡ ਦੇ ਬਾਰੇ ਜਾਣਾ ਸੁਣ ਕੇ। ਇਹ ਗੁਰਬਖਸ਼ ਆਦ ਮੁਖ ਗਾਏ। ਜਿਹੜਾ ਗੁਰਬਖਸ਼ ਮਲ ਤੇ ਉਸ ਤੋਂ ਇਲਾਵਾ ਹੋਰ ਜਿਹੜੇ ਮਸੰਦ ਨੇ ਮੁਖੋਂ ਕਹਿਣ ਲੱਗੇ। ਅੰਤਰ ਵਹਿਰ ਭੀੜ ਬਹੋਈ। ਅੰਦਰ ਵੀ ਤੇ ਬਾਹਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਵੀ ਸਤਿਗੁਰਾਂ ਦੇ ਡੇਰੇ ਤੋਂ ਬਾਹਰ ਵੀ ਸਿੱਖ ਸੰਗਤਾਂ ਦੀ ਬਹੁਤ ਭੀੜ ਹੋ ਗਈ ਹੈ। ਹਰੇ ਸੋਕ ਬੋਲਤ ਨਹਿ ਕੇਈ। ਤੇ ਸਭ ਚੋਪੀ ਧਾਰੇ ਨੇ ਕਿਉਂਕਿ ਸ਼ੋਕ ਹੈ ਗੁਰਾਂ ਦੇ ਜਾਣ ਦਾ ਪਤਾ ਲੱਗ ਗਿਆ ਵੀ ਸਤਿਗੁਰੂ ਕਹਿੰਦੇ ਅਸੀਂ ਸਰੀਰ ਛੱਡਣਾ ਚਾਹੁੰਦੇ ਆ। ਇਸ ਕਰਕੇ ਸਾਧ ਸੰਗਤ ਜੀ ਸਾਰੇ ਚੁੱਪ ਧਾਰਨ ਕਰਕੇ ਮੌਨ ਧਾਰਨ ਕਰਕੇ ਇੱਕ ਦੂਜੇ ਵੱਲ ਵੇਖ ਰਹੇ ਨੇ, ਬੋਲਦਾ ਕੋਈ ਨਹੀਂ ਹੈ। ਦਰਸ਼ਨ ਕਰਹਿ ਵਹਿਰ ਥਿਰ ਹੋਏ। ਮਹਾਰਾਜ ਦੇ ਦਰਸ਼ਨ ਕਰਦੇ ਨੇ ਆਉਂਦੇ ਨੇ ਤੇ ਫਿਰ ਬਾਹਰ ਜਾ ਕਰਕੇ ਖੜ ਜਾਂਦੇ ਬੈਠ ਜਾਂਦੇ ਹਨ। ਵਾਹਿਗੁਰੂ ਸਿਮਰਤ ਸਭ ਕੋਏ। ਤੇ ਦਰਸ਼ਨ ਕਰਕੇ ਜਦੋਂ ਬਾਹਰ ਖਲੋਂਦੇ ਹਨ ਕੋਈ ਆਪਸ ਗੱਲਾਂ ਨਹੀਂ ਕਰਦੇ, ਧਰੇ ਸ਼ੋਕ ਬੋਲਤ ਨਹਿ ਕੋਈ। ਸ਼ੋਕ ਧਾਰਨ ਕਰਕੇ ਕੋਈ ਵੀ ਮੁਖੋਂ ਬਚਨ ਨਹੀਂ ਕਰਦੇ। ਦਰਸ਼ਨ ਕਰ ਰਹਿ ਥਿਰ ਹੋਏ। ਪੜੀ ਜਾਣਾ ਅੱਗੇ। ਵਾਹਿਗੁਰੂ ਸਿਮਰਤ ਸਭ ਕੋਏ। ਇਸ ਤਰ੍ਹਾਂ ਮਹਾਰਾਜ ਦੇ ਦਰਸ਼ਨ ਕਰਦੇ ਨੇ ਬਾਹਰ ਖਲੋ ਕੇ ਵਾਹਿਗੁਰੂ ਦਾ ਸਿਮਰਨ ਮੁਖੋਂ ਕਰ ਰਹੇ ਹਨ। ਗੁਰ ਕੀ ਸੰਗਤ ਕੇ ਸਿੱਖ ਸਿਆਣੇ। ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਜਦੋਂ ਸੰਗਤ ਬਾਹਰ ਆਈ ਤਾਂ ਜਿਹੜੇ ਕੋਈ ਸਿਆਣੀ ਉਮਰ ਦੇ ਸਿੱਖ ਸਮਝ ਰੱਖਣ ਵਾਲੇ ਜਾਂ ਜੋ ਦਿੱਲੀ ਦੇ ਸਿੱਖ ਸਨ, ਗੁਰ ਚਰਿੱਤਰ ਤੇ ਔਰ ਬਿਸਮਾਨੇ। ਗੁਰੂ ਸਾਹਿਬ ਦਾ ਇਹ ਜਿਹੜਾ ਚਰਿੱਤਰ ਵੇਖ ਕੇ ਵੀ ਮਹਾਰਾਜ ਛੋਟੀ ਜੀ ਅਵਸਥਾ ਜੀ ਵੇਖੋ ਵੀ ਸੱਚਖੰਡ ਜਾਣ ਦਾ ਐਲਾਨ ਕਰਤਾ ਵੀ ਅਸੀਂ ਸੱਚਖੰਡ ਜਾ ਰਹੇ ਹਾਂ। ਸਾਰੇ ਬੜੇ ਹੀ ਹੈਰਾਨ ਹੋਏ, ਅਚਰਜ ਹੋਏ ਹਨ। ਸਭ ਗੁਰ ਬਖਸ਼ ਸੰਗ ਮਿਲ ਕਹਿਓ। ਤੇ ਉਹਨਾਂ ਸਭ ਸਿੱਖਾਂ ਨੇ ਫਿਰ ਉਸ ਵੇਲੇ ਜਿਹੜਾ ਮੁੱਖ ਮਸੰਦ ਸੀ ਨਾ ਗੁਰਬਖਸ਼ ਮੱਲ, ਇਹਦੇ ਕੋਲ ਆਏ ਨੇ ਤੇ ਆ ਕੇ ਕਹਿਣ ਲੱਗੇ ਕਿ ਹੇ ਗੁਰਬਖਸ਼ ਜੀ ਤੁਸੀਂ ਸੁਣਨਾ ਕਰੋ ਸਾਡੇ ਮਨ ਦੀ ਗੱਲ। ਅਬ ਮਿਲ ਗੁਰ ਦਰਸ਼ਨ ਕੋ ਲਹਿਓ। ਵੀ ਹੁਣ ਤਾਂ ਆਪਾਂ ਵੇਖੋ ਸਾਰਿਆਂ ਨੇ ਮਿਲ ਕੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਦਰਸ਼ਨ ਕਰ ਲਿਆ ਹੈ। ਸਮਾਂ ਕਹਿਣ ਕੋ ਲਖ ਮਨ ਮਾਹੀ। ਇਸ ਕਰਕੇ ਹੁਣ ਜਿਹੜਾ ਵਚਨ ਹੈ ਨਾ ਗੁਰਾਂ ਨੂੰ ਪੁੱਛ ਲਈਏ ਵੀ ਤੁਹਾਡੇ ਬਾਅਦ ਗੁਰੂ ਕੌਣ। ਇਹ ਸਮਾਂ ਹੁਣੇ ਹੀ ਹੈ ਵੀ ਇਹ ਨਾ ਹੋਵੇ ਸਮਾਂ ਲੰਘ ਜਾਏ। ਦਿੱਲੀ ਦੀ ਸੰਗਤ ਸਿਆਣੇ ਸਿੱਖ ਗੁਰਬਖਸ਼ ਮਸੰਦ ਨੂੰ ਕਹਿੰਦੇ ਵੀ ਹੁਣ ਸਮਾਂ ਹੈ ਜੋ ਗੁਰੂ ਸਾਹਿਬ ਦੇ ਨਾਲ ਆਪਣੇ ਮਨ ਦੀ ਗੱਲ ਕਹਿ ਦਈਏ। ਬੂਝੋ ਸਕਲ ਹੋਏ ਕਰ ਪਾਹੀ। ਮਹਾਰਾਜ ਸਾਹਿਬ ਅੱਗੇ ਹੱਥ ਜੋੜ ਕੇ ਗੁਰਾਂ ਦੇ ਪਾਸ ਜਾ ਕੇ ਪੁੱਛਣਾ ਕਰੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ। ਜਬ ਹੋਏ ਜੈ ਹੈ ਅੰਤਰ ਧਿਆਨ। ਕਿਉਂਕਿ ਜਦੋਂ ਮਹਾਰਾਜ 8ਵੇਂ ਪਾਤਸ਼ਾਹ ਅੰਤਰ ਧਿਆਨ ਹੋ ਗਏ, ਭਾਵ ਸਤਿਗੁਰਾਂ ਸਰੀਰ ਓਹਲੇ ਕਰ ਲਿਆ, ਸੱਚਖੰਡ ਹੀ ਚਲੇ ਗਏ। ਹਿਰਦੇ ਬਸੂਰਤ ਰਹਾ ਮਹਾਨ। ਫੇਰ ਬਸ ਦਿਲ ਵਿੱਚ ਹੀ ਐਵੇਂ ਝੂਰਦੇ ਰਹੋਗੇ, ਦੁਖੀ ਹੁੰਦੇ ਰਹੋਗੇ, ਫੇਰ ਨਹੀਂ ਕੁਝ ਪੱਲੇ ਪੈਣਾ। ਇਵੇਂ ਸਿਆਣੇ ਸਿੱਖ ਮਸੰਦ ਸੰਗਤਾਂ ਜਿਹੜਾ ਗੁਰਬਖਸ਼ ਮੱਲ ਹੈ ਉਹਨੂੰ ਕਹਿ ਰਹੀਆਂ ਨੇ ਵੀ ਹੁਣ ਤਾਂ ਸਤਿਗੁਰੂ ਜੀ ਸਰੀਰ ਵਿੱਚ ਹਾਜ਼ਰ ਨੇ, ਹੁਣੇ ਮਹਾਰਾਜ ਸਾਹਿਬ ਨੂੰ ਮਨ ਦੀ ਗੱਲ ਦੱਸ ਕੇ ਪੁੱਛ ਲਈਏ ਵੀ ਤੁਹਾਡੇ ਬਾਅਦ ਕਿਹਨੂੰ ਮੰਨਣਾ ਹੈ। ਜਦੋਂ ਅੰਤਰ ਧਿਆਨ ਹੋ ਗਏ, ਜੋਤੀ ਜੋਤ ਸਮਾ ਗਏ, ਫੇਰ ਜੋ ਆਪਾਂ ਪਛਤਾਵਾ ਕਰਦੇ ਰਹਾਂਗੇ, ਫੇਰ ਜੋ ਆਖਾਂਗੇ ਵੀ ਹੁਣ ਪੁੱਛ ਲੈਂਦੇ ਹੁਣ ਕੀ ਕਰੀਏ, ਫਿਰ ਦੁਖੀ ਜੋ ਹੋਵਾਂਗੇ। ਨਹੀਂ ਸੰਦੇਹ ਹੋਏ ਜਿਸ ਭਾਂਤ। ਨਹੀਂ ਸੰਦੇਹ ਹੋਏ ਜਿਸ ਭਾਂਤ, ਜਿਸ ਕਰਕੇ ਆਪਣੇ ਮਨ 'ਚ ਕੋਈ ਸੰਦੇਹ ਸ਼ੰਕਾ ਨਾ ਰਹਿ ਜਾਵੇ, ਕੋਈ ਫਿਕਰ ਨਾ ਰਹਿ ਜਾਵੇ। ਸੁਣੇ ਹੈ ਗੁਰੂ ਬਾਕ ਬਖਿਆਤ। ਉਹ ਮਹਾਰਾਜ ਸਾਹਿਬ ਦੇ ਪ੍ਰਗਟ ਹੀ ਵਚਨ ਆਪਾਂ ਕੰਨਾਂ ਨਾਲ ਸੁਣ ਲਈਏ, ਕਿਉਂਕਿ ਜੋ ਗੁਰਾਂ ਨੇ ਕਹਿ ਦਿੱਤਾ ਫਿਰ ਉਹੀ ਆਪਾਂ ਮੰਨਾਂਗੇ, ਉਸੇ ਅਨੁਸਾਰ ਚੱਲਾਂਗੇ। ਜਥਾ ਕਰਨ ਅਰਦਾਸ ਅਗਾਰੀ। ਜਿਵੇਂ ਵੀ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਨੀ ਯੋਗ ਹੈ, ਅਰਦਾਸ ਕਰਨੀ ਬਣਦੀ ਹੈ। ਮੇਰਾ ਸਭ ਹੂੰ ਤਿੰਨ ਭਲੇ ਵਿਚਾਰੀ। ਇਹ ਸਾਰਿਆਂ ਨੇ ਮਿਲ ਕੇ ਗੁਰਸਿੱਖਾਂ ਨੇ, ਸੰਗਤਾਂ ਨੇ, ਮਸੰਦਾਂ ਨੇ ਭਲੀ ਤਰ੍ਹਾਂ ਬਹੁਤ ਵਧੀਆ ਵਿਚਾਰ ਕੀਤੀ
ਵੀ ਜਿਵੇਂ ਜੋਗ ਹੈ ਹੁਣੇ ਹੀ ਮਹਾਰਾਜ ਨੂੰ ਕਹਿ ਦੇਣਾ ਬਣਦਾ ਹੈ। ਤਬ ਗੁਰ ਬਖਸ਼ ਭਲੇ ਸਮਝਾਇਓ। ਜਿਹੜਾ ਗੁਰਬਖਸ਼ ਮਸੰਦ ਹੈ ਉਹਨੂੰ ਭਲੇ ਤਰੀਕੇ ਦੇ ਨਾਲ ਸਮਝਾ ਦਿੱਤਾ ਸਾਰੀ ਗੱਲ ਵੀ ਤੂੰ ਗੁਰਾਂ ਨੂੰ ਪੁੱਛ ਸੰਗਤ ਵੱਲੋਂ। ਜਿਵੇਂ ਇਸ ਸਮੇਂ ਕਹਿਣ ਬਨ ਆਇਓ। ਆਏ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਜਿਵੇਂ ਕਹਿਣਾ ਸੁਣਨਾ ਬਣ ਆਉਂਦਾ ਉਹ ਗੁਰਾਂ ਨਾਲ ਬਚਨ ਕਰੀਏ। ਹਰਿਓ ਮਤ ਜਿਨ ਸਭਿਹਨ ਕੇਰਾ। ਜਿਵੇਂ ਇਸ ਤਰ੍ਹਾਂ ਫਿਰ ਗੁਰਮਤਾ ਕਰਕੇ ਸਾਰਿਆਂ ਨੇ ਮਤਾ ਠਹਿਰਾ ਲਿਆ, ਕਹ ਲੋ ਮਤਾ ਪਾਸ ਕਰਤਾ ਵੀ ਇਦਾਂ ਹੀ ਕਰੋ ਵੀ ਗੁਰਬਖਸ਼ ਮਸੰਦ ਸਿੱਖਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰੇ ਵੀ ਮਹਾਰਾਜ ਤੁਹਾਡੇ ਤੋਂ ਬਾਅਦ ਫਿਰ ਕੌਣ। ਕਹਿਦੇ ਹਿਤ ਅਗੇਰ ਸੋ ਪ੍ਰੇਰਾ। ਤੇ ਕਹਿਣ ਵਾਸਤੇ ਅੱਗੇ ਜਾਣ ਦੇ ਲਈ ਗੁਰਾਂ ਦੇ ਪ੍ਰੇਰਣਾ ਕੀਤੀ ਸੰਗਤ ਨੇ ਵੀ ਤੂੰ ਗੁਰਾਂ ਦੇ ਅੱਗੇ ਹੱਥ ਜੋੜ ਚੱਲ ਕੇ। ਭਏ ਸੰਗ ਤਿਸ ਕੇ ਸਿੱਖ ਸਿਆਣੇ। ਉਹ ਸਿਆਣੇ ਸਿਆਣੇ ਜਿਹੜੇ ਸਿੱਖ ਸਨ 94 ਦੇ ਉਹ ਵੀ ਨਾਲ ਹੀ ਗੁਰੂ ਸਾਹਿਬ ਜੀ ਦੇ ਆਸਣ ਦੇ ਆ ਗਏ। ਗੁਰ ਮਿਲ ਜਾਦ ਚ ਚਹਿਤ ਮਹਾਨੇ। ਜਿਹੜੇ ਚਾਹੁੰਦੇ ਹਨ ਵੀ ਗੁਰੂ ਘਰ ਦੀ ਜੋ ਮਰਿਆਦਾ ਹੈ ਗੁਰਤਾ ਗੱਦੀ ਦੀ ਇਹ ਸਦਾ ਚੱਲਦੀ ਰਹੇ, ਇਹ ਪਤਾ ਲੱਗੇ ਵੀ ਜੋ ਮਰਿਆਦਾ ਹੈ ਵੀ ਆਪਣੇ ਜਾਣ ਤੋਂ ਪਹਿਲਾਂ ਹੀ ਅਗਲੇ ਦੀ ਬਾਹ ਫੜਾ ਕੇ ਜਾਂਦੇ ਰਹੇ, ਉਹ ਮਰਿਆਦਾ ਦੇ ਚਾਹਣ ਵਾਲੇ ਮਰਿਆਦਾ ਨੂੰ ਮੰਨਣ ਵਾਲੇ ਸਿੱਖ ਗਏ ਹਨ। ਆਗੇ ਸਤਿਗੁਰ ਕੀਨ ਸਤਿਆਰੇ। ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚਖੰਡ ਦੀ ਤਿਆਰੀ ਕਰੀ ਬੈਠੇ ਨੇ। ਉਸ ਕੋ ਆਸਤਰਨ ਸਿੱਧ ਡਾਰੇ। ਘਾਤ ਦੱਬ ਜੀ ਲੈ ਕੇ ਕਾਹੀ ਜੀ ਇਹ ਸਭ ਮਹਾਰਾਜ ਸਾਹਿਬ ਨੇ ਹੇਠਾਂ ਜੋ ਆਸਣ ਵਿਛਾ ਲਿਆ ਧਰਤੀ ਤੇ, ਵੀ ਇਹ ਧਰਤੀ ਦੇ ਹੇਠਾਂ ਆਸਣ ਜਿਹਾ ਵਿਛਾ ਕੇ ਵੀ ਇਹ ਤੇ ਅਸੀਂ ਬਿਰਾਜਮਾਨ ਹੋ ਕੇ ਤੇ ਸੱਚਖੰਡ ਚਲੇ ਜਾਵਾਂਗੇ। ਜਦੋਂ ਇਹ ਸਿੱਖ ਗਏ ਤਾਂ ਗੁਰੂ ਸਾਹਿਬ ਜੀ ਜੋਤੀ ਜੋ ਸਮਾਉਣ ਦੀ ਤਿਆਰੀ ਕਰੀ ਬੈਠੇ ਸਨ। ਦਾਸਨ ਸੋ ਕਹਿ ਕਹਿ ਕਰਵਾਵੇ। ਆਪਣੇ ਸੇਵਕਾਂ ਨੂੰ ਕਹਿ ਕਹਿ ਕੇ ਦੱਸਦੇ ਨੇ ਵੀ ਇੱਥੇ ਵਿਛਾਈ ਕਰ ਦਿਓ, ਇੱਥੇ ਚਾਦਰ ਵਿਛਾ ਦਿਓ, ਇੱਥੇ ਲੇਪਣ ਕਰ ਦਿਓ, ਸੁਗੰਧੀਆਂ ਬਖੇਰ ਦਿਓ। ਐਵੇਂ ਸਤਿਗੁਰੂ ਪਾਤਸ਼ਾਹ ਆਪ ਹੁਕਮ ਕਰ ਰਹੇ ਹਨ। ਸੁਨਤ ਬਿਲੋਚਨ ਜਲ ਦਰਸਾਵੇ। ਤੇ ਜਿਹੜੇ ਸੇਵਕ ਨੇ ਮਹਾਰਾਜ ਦਾ ਬਚਨ ਸੁਣ ਕੇ ਨਾਲੇ ਸੇਵਾ ਕਰੀ ਜਾ ਰਹੇ ਨੇ, ਨਾਲੇ ਨੇਤਰਾਂ ਦੇ ਵਿੱਚੋਂ ਜਲ ਵਹਿੰਦਾ ਜਾ ਰਿਹਾ ਹੈ। ਪਤਾ ਹੈ ਵੀ ਸਤਿਗੁਰੂ ਹੁਣ ਸਾਨੂੰ ਛੱਡ ਜਾਣਗੇ ਸਰੀਰ ਕਰਕੇ। ਸਾਡ ਕਾ ਚਾਰ ਬਤੀਤਨ ਕਰੇ। 4 ਘੜੀਆਂ ਸਾਧ ਸੰਗਤ ਰਾਤ ਬਤੀਤ ਹੋ ਗਈ ਸੀ। ਮਹਾਰਾਜ ਸਾਹਿਬ ਜੀ ਜਦੋਂ ਤਿਆਰੀ ਕੀਤੀ ਹੈ ਤਬ ਗੁਰਬਖਸ਼ ਅਗਰ ਹੋਏ ਖਰੇ। ਉਸੇ ਵੇਲੇ ਹੀ ਗੁਰਬਖਸ਼ ਮਸੰਦ ਤੇ ਕੁਝ ਸਿੱਖ ਮਹਾਰਾਜ ਦੇ ਸਾਹਮਣੇ ਜਾ ਕੇ ਖਲੋ ਗਏ। ਸਭ ਕੇ ਹਿਤ ਕੀ ਸੁਭ ਅਰਦਾਸ। ਸਭ ਸਿੱਖ ਸੰਗਤਾਂ ਦੇ ਹਿੱਤ ਦੀ, ਸਭ ਸੰਗਤਾਂ ਦੇ ਭਲੇ ਦੀ ਸ਼ੁਭ ਬਾਤ ਜੋ ਸ਼ੁਭ ਵਾਰਤਾ ਹੈ। ਹਰੇ ਗੁਰੂ ਕੇ ਪਾਸ ਪ੍ਰਕਾਸ਼। ਉਹ ਅਰਦਾਸ ਦੇ ਰੂਪ ਦੇ ਵਿੱਚ ਗੁਰਬਖਸ਼ ਮੱਲ ਮਸੰਦ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪ੍ਰਗਟ ਕਰਕੇ ਕਹੀ ਹੈ ਵੀ ਹੇ ਬਾਲਾ ਪ੍ਰੀਤਮ, ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੀ ਬੇਨਤੀ ਸੁਣੋ। ਪ੍ਰਥਮ ਲਈਏ ਸਭ ਗੁਰ ਕੇ ਨਾਮ। ਪਹਿਲਾਂ ਭਾਈ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ 7 ਗੁਰਾਂ ਦੇ ਫਿਰ 8ਵੇਂ ਪਾਤਸ਼ਾਹ ਦਾ ਨਾਮ ਲੈ ਕੇ ਤੇ ਕਹਿੰਦੇ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਗਰੀਬ ਨਵਾਜ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਦੁੱਖ ਹਰਤਾ ਬਿਗਨ ਨਾਸ਼ਕ ਸਤਿਗੁਰੂ ਜੀ ਕਿਰਪਾ ਕਰੋ। ਜਿਨ ਕੋ ਸੋ ਜਸ ਜਗਤ ਅਬਰਾਮ। ਜਿਨ੍ਹਾਂ ਸਤਿਗੁਰਾਂ ਦਾ ਬੜਾ ਹੀ ਸ੍ਰੇਸ਼ਟ ਤੇ ਮਹਾਨ ਤੇ ਸੁੰਦਰ ਤੋਂ ਸੁੰਦਰ ਜਸ ਹੈ। ਜਿਸ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਨਾਨਕ ਸਾਹਿਬ ਸਮੂਹ ਗੁਰਾਂ ਦੀ ਮਹਾਨ ਮਹਿਮਾ ਉਹਨਾਂ ਦਾ ਨਾਮ ਲੈ ਕੇ ਜਦੋਂ ਅਰਦਾਸ ਕੀਤੀ। ਸਭ ਸੰਗਤ ਕੀ ਬਿਨੈ ਸੁਣੀਜੈ। हे ਮਹਾਰਾਜ 8ਵੇਂ ਪਾਤਸ਼ਾਹ ਜੀ ਸਮੂਹ ਸੰਗਤ ਜਿੰਨੀ ਆਪ ਦੇ ਦਰ ਘਰ ਆਈ ਹੈ ਉਹਨਾਂ ਦੀ ਬੇਨਤੀ ਹੈ ਆਪ ਧਿਆਨ ਦੇ ਕੇ ਸੁਣਨਾ ਕਰੋ। ਬਿਰਧ ਕਿਰਪਾਲ ਕਿਰਪਾ ਨਿਜ ਕੀਜੈ। ਆਪ ਦਾ ਮਹਾਰਾਜ ਜਿਹੜਾ ਧਰਮ ਹੈ ਉਹ ਆਪਣੇ ਸੇਵਕਾਂ ਤੇ ਕਿਰਪਾ ਕਰਨ ਵਾਲਾ ਹੈ। ਤੁਸੀਂ ਦਇਆ ਹੀ ਕਰਦੇ ਹੋ ਆਪਣੇ ਸੇਵਕਾਂ ਤੇ ਮਹਾਰਾਜ ਆਪਣੇ ਧਰਮ ਦੀ ਸੰਭਾਲ ਕਰਕੇ ਸਾਡੇ ਸਾਰਿਆਂ ਤੇ ਤਰਸ ਕਰ ਦੋ। ਮਹਾਰਾਜ ਤਰੁੱਠ ਪੋ ਸਾਡੇ ਤੇ ਰਹਿਮਤ ਕਰੋ, ਸਾਡੇ ਤੇ ਕਿਰਪਾ ਕਰੋ। ਸੰਤਮ ਸਤਿਗੁਰ ਸ੍ਰੀ ਹਰਿ ਰਾਏ। ਕਿਉਂਕਿ ਵੇਖੋ ਜਦੋਂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਸੋ ਤਜ ਬੜੋ ਨਾ ਉਚਿਤ ਲਖਾਏ। ਉਹਨਾਂ ਆਪਣਾ ਵੱਡਾ ਪੁੱਤਰ ਰਾਮ ਰਾਏ ਜੋਗ ਨਹੀਂ ਜਾਣਿਆ ਗੁਰਿਆਈ ਦੇ ਵੀ ਇਹਨੇ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਉਲਟਾਈ ਹੈ
ਇਹਨੂੰ ਜੋਗ ਨਹੀਂ ਸਮਝਿਆ ਤੇ ਰਾਮ ਰਾਏ ਨੂੰ ਜੋਗ ਨਾ ਜਾਣਦਿਆਂ ਹੋਇਆ ਆਪਣੇ ਬਦਨ ਲਗਾਏ ਨਹੀਂ। ਮਹਾਰਾਜ ਸਾਹਿਬ ਨੇ ਵੇਖੋ ਹੋਰ ਤਾਂ ਕੀ ਵਡਿਆਈ ਦੇਣੀ ਸੀ ਰਾਮ ਰਾਏ ਨੂੰ, ਉਹਨੂੰ ਗੁਰੂ ਨਿੰਦਕ ਜਾਣ ਕੇ ਆਪਣੇ ਮੱਥੇ ਵੀ ਨਹੀਂ ਲਾਇਆ, ਦਰਸ਼ਨ ਵੀ ਨਹੀਂ ਕਰਨ ਦਿੱਤੇ ਅਖੀਰ ਤੀਕਰ। ਗੁਰਤਾ ਦੇਣੀ ਤੋ ਕਿਤ ਰਹੀ। ਤੇ ਮਹਾਰਾਜ हे ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਗੁਰਤਾ ਗੱਦੀ ਦੇਣੀ ਤਾਂ ਕਿਤੇ ਰਹੀ ਵੱਡੇ ਪੁੱਤਰ ਨੂੰ, ਉਹਨੂੰ ਤਾਂ ਮਹਾਰਾਜ ਸਾਹਿਬ ਨੇ ਘਰ ਨਹੀਂ ਵੜਨ ਦਿੱਤਾ ਸਾਰੀ ਉਮਰ ਗੁਰੂ ਮਹਾਰਾਜ ਦੀ ਬਾਣੀ ਦੀ ਬੇਅਦਬੀ ਕਰਨ ਕਰਕੇ। ਨਿਜ ਅਸਥਾਨ ਬਿਠਾਏ। ਤੇ ਫੇਰ ਸਤਿਗੁਰਾਂ ਨੇ ਤੁਹਾਨੂੰ ਜੋਗ ਜਾਣ ਕੇ ਆਪਣੇ ਥਾਂ ਤੇ 8ਵੇਂ ਥਾਂ ਗੁਰਿਆਈ ਗੱਦੀ ਦੇ ਤਖਤ ਤੇ ਬਿਰਾਜਮਾਨ ਕੀਤਾ। ਸਭ ਬਿਦ ਉਚਤ ਜਾਨ ਹਰਖਾਏ। ਤੇ ਆਪ ਜੀ ਜਦੋਂ ਮਹਾਰਾਜ ਜੀ ਉਹ ਗੁਰਿਆਈ ਗੱਦੀ ਦੇ ਤਖਤ ਤੇ ਬਿਰਾਜਮਾਨ ਹੋਏ, ਸਭ ਬਿਦ ਉਚਿਤ ਜਾਨ ਹਰਖਾਏ, ਤੁਹਾਨੂੰ ਹਰ ਤਰ੍ਹਾਂ ਕਰਕੇ ਗੁਰੂ ਹਰਿ ਸਾਹਿਬ ਨੇ ਜੋਗ ਜਾਣਿਆ ਵੀ ਤੁਸੀਂ ਗੁਰਿਆਈ ਦੇ ਲਾਇਕ ਹੋ, ਗੁਰਤਾ ਗੱਦੀ ਦੇ ਜੋਗ ਹੋ। ਤੁਹਾਡੀ ਉਮਰ ਨਹੀਂ ਵੇਖੀ ਗੁਰੂ ਹਰਿ ਸਾਹਿਬ ਨੇ, ਤੁਹਾਡੀ ਸਮਰੱਥਾ ਵੇਖੀ, ਤੁਹਾਡੀ ਮਹਾਨਤਾ ਵੇਖੀ ਤੇ ਤੁਹਾਨੂੰ ਜੋਗ ਜਾਣ ਕਰਕੇ ਖੁਸ਼ ਹੋ ਕੇ ਤਖਤ ਤੇ ਬਿਠਾ ਦਿੱਤਾ। ਕਿਤਕ ਮਾਸ ਜੁਗ ਸੰਮਤ ਦੀਤੇ। ਮਹਾਰਾਜ ਹਾਲਾਂ ਕਿਤਕ ਮਾਸ, ਕੁਝ ਕੁ ਮਹੀਨੇ, ਯੁਗ ਸੰਮਤ ਤੇ 2 ਸਾਲ ਹੀ ਬਤੀਤ ਹੋਏ ਨੇ ਤੁਹਾਨੂੰ ਤਖਤ ਤੇ ਬੈਠਿਆਂ। ਜਬ ਕੇ ਜਗਤ ਗੁਰੂ ਤੁਮ ਕੀਤੇ। ਜਦੋਂ ਤੋਂ ਗੁਰੂ ਹਰਿ ਸਾਹਿਬ ਜੀ ਨੇ ਤੁਹਾਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਰੂਪ ਕਰਕੇ ਥਾਪਿਆ ਹੈ, 2 ਸਾਲ ਤੇ ਕੁਝ ਹੀ ਮਹੀਨੇ ਲੰਘੇ ਹਨ। ਅਬ ਕੀ ਸੰਗਤ ਸਰਬ ਸੰਭਾਲੀ। ਤੇ ਮਹਾਰਾਜ ਜਦੋਂ ਤੁਸੀਂ ਤਖਤ ਤੇ ਬਿਰਾਜਮਾਨ ਹੋ ਗਏ, ਉਦੋਂ ਦੀ ਜਿੰਨੀ ਵੀ ਗੁਰੂ ਨਾਨਕ ਸਾਹਿਬ ਦੀ ਸਿੱਖ ਸੰਗਤ ਹੈ ਸਾਰੀ ਤੁਸੀਂ ਸੰਭਾਲ ਕੇ ਰੱਖੀ, ਸਾਰਿਆਂ ਦੇ ਦੁੱਖ ਕੱਟਦੇ ਰਹੇ, ਸਭ ਸਿੱਖ ਸੰਗਤਾਂ ਦੀ ਕਲਿਆਣ ਕਰਦੇ ਰਹੇ ਹੋ। ਸਿੱਖੀ ਰੀਤ ਭਲੇ ਪ੍ਰਤਪਾਲੀ। ਤੇ ਸਿੱਖੀ ਦੀ ਜੋ ਮਰਿਆਦਾ ਹੈ ਬੜੇ ਭਲੇ ਢੰਗ ਨਾਲ ਉਹਦੀ ਤੁਸੀਂ ਪ੍ਰਤਪਾਲਣਾ ਕੀਤੀ ਹੈ, ਗੁਰ ਸਿੱਖਾਂ ਦਾ ਉਧਾਰ ਕੀਤਾ ਏ। ਜੈਤ ਪਏ ਅਭਿਅੰਤਰ ਧਿਆਨ। ਤੇ ਸਾਡੀ ਅਰਦਾਸ ਇਹ ਸੰਗਤ ਦੀ ਵੀ ਹੁਣ ਮਹਾਰਾਜ ਤੁਸੀਂ ਥੋੜੇ ਸਮੇਂ ਦੇ ਵਿੱਚ ਹੀ ਸਰੀਰ ਤਿਆਗ ਕੇ ਅੰਤਰ ਧਿਆਨ ਹੋਇਆ ਚਾਹੁੰਦੇ ਹੋ, ਭਾਵ ਕਿ ਸੱਚਖੰਡ ਜਾਇਆ ਚਾਹੁੰਦੇ ਹੋ। ਨਹੀਂ ਬਿਠਾਇਓ ਕੋ ਨਿਜ ਥਾਨ। ਪਰ ਆਪਣੇ ਥਾਂ ਦੇ ਮਹਾਰਾਜ ਤੁਸੀਂ ਸੱਚਖੰਡ ਜਾਣ ਤੋਂ ਪਹਿਲਾਂ ਕਿਸੇ ਨੂੰ ਬਿਠਾਇਆ ਹੀ ਨਹੀਂ ਹੈ ਗੱਦੀ ਦੇ ਉੱਤੇ, ਕਿਸੇ ਨੂੰ ਮਹਾਰਾਜ ਤੁਸੀਂ ਗੁਰਤਾ ਗੱਦੀ ਹਾਲਾਂ ਬਖਸ਼ੀ ਹੋਈ ਨਹੀਂ ਹੈ। ਅਬ ਸਭ ਸੰਗਤ ਮਿਲੀ ਬਸੂਰਤ। ਤੇ ਹੁਣ ਇਸੇ ਕਰਕੇ ਸਾਰੀ ਸੰਗਤ ਮਿਲ ਮਿਲ ਕੇ ਦੁਖੀ ਹੋ ਰਹੀ ਹੈ, ਝੂਲ ਰਹੀ ਹੈ ਵੀ ਮਹਾਰਾਜ ਤਾਂ ਸੱਚਖੰਡ ਚਲੇ ਚੱਲੇ ਆ, ਹੁਣ ਅਸੀਂ ਮਗਰੋਂ ਕਿਹਦੇ ਲੜ ਲੱਗਾਂਗੇ, ਸਾਨੂੰ ਕਿਹਦੇ ਲੜ ਲਾਇਆ ਹੈ। ਇਹ ਮਹਾਰਾਜ ਜਾਣ ਕਰਕੇ ਵੀ ਜਦੋਂ ਤੁਹਾਡਾ ਸਰੀਰ ਓਲੇ ਹੋ ਗਿਆ, ਤੁਸੀਂ ਅੰਤਰ ਧਿਆਨ ਹੋ ਗਏ ਤੇ ਵੀ ਸਾਡੀ ਸੰਭਾਲ ਕੌਣ ਕਰੂਗਾ, ਅਸੀਂ ਕਿਹਨੂੰ ਨਮਸਕਾਰ ਕਰਾਂਗੇ, ਕਿਹਦੇ ਅੱਗੇ ਜਾ ਕੇ ਆਪਣਾ ਦੁੱਖ ਦੱਸਾਂਗੇ, ਬੇਨਤੀ ਕਰਾਂਗੇ। ਇਹ ਸੋਚ ਸੋਚ ਕੇ हे ਸੱਚੇ ਪਾਤਸ਼ਾਹ ਸੰਗਤਾਂ ਦੁਖੀ ਹੋ ਰਹੀਆਂ ਹਨ। ਨਹਿ ਨਾ ਬਲੋ ਕਹਿ ਗਏ ਤੁਮ ਮੂਰਤ। ਇਹ ਸਭ ਜਾਣਦੇ ਨੇ ਵੀ ਹੁਣ ਤੁਹਾਡੀ ਇਹ ਮੂਰਤੀ, ਤੁਹਾਡਾ ਸਰੂਪ ਜੋ ਹੈ 8ਵੇਂ, ਇਹ 8ਵਾਂ ਸਰੂਪ ਮਹਾਰਾਜ ਤੁਹਾਡਾ ਹੁਣ ਦਰਸ਼ਨ ਨਹੀਂ ਹੋਣਗੇ ਅੱਜ ਤੋਂ ਬਾਅਦ। ਰਾਵਣ ਨੇ ਕਿਸ ਕੇ ਲੜ ਲਾਈ। ਬਾਦਸ਼ਾਹ ਦੱਸੋ ਵੀ ਸਾਨੂੰ ਸੰਗਤਾਂ ਨੂੰ ਤੁਸੀਂ ਕਿਹਦੇ ਲੜ ਲਾ ਕੇ ਚੱਲੇ ਹੋ, ਕਿਹਦੇ ਕੋਲ ਮਹਾਰਾਜ ਸਾਡੀ ਬਾਹ ਫੜਾ ਕੇ ਜਾ ਰਹੇ ਹੋ। ਰੀਤ ਪ੍ਰਥਮ ਗੁਰੂ ਹਨ ਚਲ ਆਈ। ਕਿਉਂਕਿ ਪਹਿਲੇ ਗੁਰੂ ਨਾਨਕ ਦੇਵ ਸਾਹਿਬ ਤੋਂ ਇਹ ਮਰਿਆਦਾ ਚੱਲੀ ਆ ਰਹੀ ਹੈ ਵੀ ਜਦੋਂ ਵੀ ਕੋਈ ਸਤਿਗੁਰੂ ਸੱਚਖੰਡ ਜਾਂਦੇ ਤੇ ਸੰਗਤ ਨੂੰ ਨਵੇਂ ਗੁਰੂ ਦੇ ਲੜ ਲਾ ਕੇ ਜਾਂਦੇ ਰਹੇ ਹਨ। ਕਰੋ ਆਪ ਬੇਤ ਨਹੁ ਸਮਾਨ। ਇਸ ਕਰਕੇ ਪਾਤਸ਼ਾਹ ਜੀ ਸਾਡੀ ਬੇਨਤੀ ਮੰਨੋ, ਜਿਵੇਂ ਪਹਿਲੇ ਸਤਿਗੁਰਾਂ ਨੇ ਮਰਿਆਦਾ ਕੀਤੀ ਤੁਸੀਂ ਵੀ ਉਹਨਾਂ ਦੇ ਵਾਂਗ ਹੀ ਮਰਿਆਦਾ ਨਿਭਾਉਣੀ ਕਰੋ। ਜਿਸ ਤੇ ਸਿੱਖੀ ਰਹੇ ਜਹਾਨ। ਜਿਸ ਕਰਕੇ ਸਿੱਖੀ ਜਹਾਨ ਵਿੱਚ ਪ੍ਰਫੁੱਲਤ ਰਹੇ, ਪ੍ਰਗਟ ਰਹੇ ਗੁਰੂ ਨਾਨਕ ਦਾ ਘਰ। ਜੇ ਨਾ ਕਰੋਗੇ ਪੂਰਬ ਰੀਤ। ਤੇ ਜੇ ਮਹਾਰਾਜ ਤੁਸੀਂ ਪੂਰਬਲੀ ਮਰਿਆਦਾ ਨਾ ਨਿਭਾਈ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਥਾਪ ਗਏ, ਦੂਜੇ ਤੀਜਿਆਂ ਨੂੰ, ਤੀਸਰੇ ਚੌਥੇ ਸਤਿਗੁਰਾਂ ਨੂੰ ਐਵੇਂ 5ਵੇਂ 6ਵੇਂ ਤੇ 7ਵੇਂ ਤੀਕਰ, ਤੇ 7ਵਿਆਂ ਨੇ ਤੁਹਾਨੂੰ 8ਵੇਂ ਥਾਂ ਤੇ ਥਾਪਤਾ।
ਜੇ ਤੁਸੀਂ ਇਸੇ ਮਰਿਆਦਾ ਦੇ ਸਹਿਤ ਆਪਣੇ ਥਾਂ ਕਿਸੇ ਨੂੰ ਨਾ ਥਾਪਿਆ ਜੇ, ਜਾਨੀ ਪਰਹਿ ਸੋ ਹੋਏ ਬਪਰੀਤ। ਤਾਂ ਮਹਾਰਾਜ ਇਹ ਗੱਲ ਫਿਰ ਵੇਖਣ ਦੇ ਵਿੱਚ ਆਉਂਦੀ ਹੈ, ਆਉਣ ਵਾਲੇ ਸਮੇਂ 'ਚ ਬਹੁਤ ਵਿਪਰੀਤ ਉਲਟ ਕੰਮ ਹੋ ਜਾਵੇਗਾ। ਵਿਚਲ ਜਾਏਗੀ ਸੰਗਤ ਸਾਰੀ, ਵਿਚਲ ਜਾਏਗੀ, ਵਿਚਲਤ ਹੋ ਜਾਊਗੀ ਸਾਰੀ ਸੰਗਤ, ਘਬਰਾ ਜਾਵੇਗੀ, ਪਤਾ ਨਹੀਂ ਲੱਗੂ ਵੀ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ। ਖੇਚਤ ਹੋਏ ਮੀਨਨ ਅਨਸਾਰੀ, ਤੇ ਉਹ ਫਿਰ ਜਦੋਂ ਖਿੱਲਰ ਫੁੱਲਰ ਜਾਣਗੇ, ਕਈ ਤਾਂ ਮਹਾਰਾਜ ਮੀਣਿਆਂ ਦੇ ਅਨੁਸਾਰੀ, ਪ੍ਰਿਥੀਏ ਦੇ ਜਿਹੜੇ ਕੁਲ ਦੇ ਲੋਕ ਆ ਉਹਨਾਂ ਦੇ ਅਨੁਸਾਰੀ ਹੋ ਜਾਣਗੇ। ਧੀਰ ਮਲ ਕੋ ਮਨ ਹੈ ਕੋਈ, ਕੋਈ ਮਹਾਰਾਜ ਧੀਰ ਮਲ ਦੇ ਦਰ ਤੇ ਜਾਣ ਲੱਗ ਪਊਗਾ। ਕੁਝ ਧੀਰ ਮਲ ਦੇ ਜਿਹੜੇ ਲੋਕ ਆ ਸੰਗਤ ਨੂੰ ਭਰਮਾ ਕੇ ਆਪਣੇ ਡੇਰੇ ਲੈ ਜਾਣਗੇ। ਹੋ ਸਿੱਖ ਰਾਮ ਰਾਏ ਕੋ ਹੋਈ, ਕੋਈ ਮਹਾਰਾਜ ਫਿਰ ਰਾਮ ਰਾਏ ਦੇ ਪਿੱਛੇ ਲੱਗ ਜਾਵੇਗਾ। ਐਵੇਂ ਸੰਗਤਾਂ ਖਿੰਡ ਫੁੰਡ ਜਾਣਗੀਆਂ, ਨਕਲੀ ਗੁਰੂ ਬਣ ਬੈਠਣਗੇ। ਇਤਿਆਦਕ ਸੋਢੀ ਜੇ ਔਰ, ਇਸ ਤੋਂ ਲੈ ਕੇ ਹੋਰ ਵੀ ਜਿੰਨੇ ਮਹਾਰਾਜ ਸੋਢੀ ਹਨ, ਲੈ ਪਰਮਾਏ ਆਪਣੀ ਠੌਰ। ਉਹ ਸਾਰੀਆਂ ਸੰਗਤਾਂ ਨੂੰ ਭਰਮਾ ਲੈਣਗੇ, ਆਪੋ ਆਪਣੇ ਥਾਂ ਗੰਢ ਲੈਣਗੇ, ਡੇਰੇ ਬਣਾ ਕੇ ਨਕਲੀ ਗੁਰੂ ਬਣ ਕੇ ਗੱਦੀਆਂ ਲਾ ਲਾ ਕਰਕੇ ਮਹਾਰਾਜ ਜੀ ਬੈਠ ਜਾਣਗੇ। ਬਿਨ ਗੁਰ ਸੰਗਤ ਹਵੇ ਥਿਰ ਕੋਏ ਨਾ, ਕਿਉਂਕਿ ਜੇ ਤੁਸੀਂ ਕਿਸੇ ਨੂੰ ਆਪਣੇ ਥਾਂ ਗੁਰੂ ਨਾ ਥਾਪਿਆ ਤਾਂ ਸੰਗਤ ਵੀ ਇੱਕ ਥਾਂ ਟਿਕੀ ਨਹੀਂ ਰਹੇਗੀ। ਫਿਰ ਸੰਗਤ ਖਰਾਬ ਹੋ ਜੂ ਸਾਰੀ, ਕੋਈ ਮੀਣਿਆਂ ਦੇ, ਕੋਈ ਮਹਾਰਾਜ ਧੀਰ ਮੱਲੀਆਂ ਦੇ, ਕੋਈ ਰਾਮ ਰਾਈਆਂ ਦੇ, ਕੋਈ ਕਿਸੇ ਸੋਢੀ ਦੇ, ਕੋਈ ਕਿਸੇ ਨਕਲੀ ਗੁਰੂ ਦੇ ਮਗਰ ਲੱਗ ਜਾਣਗੇ। ਜਥਾ ਨਿਰਪਤ ਬਿਨ ਸੈਨਾ ਹੋਏ ਨਾ, ਜਿਵੇਂ ਰਾਜੇ ਤੋਂ ਬਗੈਰ ਫੌਜ ਨਹੀਂ ਨਾ ਠਹਿਰਦੀ ਕਿਤੇ, ਰਾਜਾ ਗਿਆ ਤਾਂ ਬਸ ਫੌਜਾਂ ਕਾਹਦੀਆਂ ਫਿਰ, ਇਸੇ ਤਰ੍ਹਾਂ ਮਹਾਰਾਜ ਗੁਰੂ ਤੋਂ ਬਗੈਰ ਸੰਗਤ ਕਿੱਥੇ ਰੁਕੇਗੀ, ਠਹਿਰੇਗੀ। ਰਹੇ ਨਾ ਜਬ ਗਾਦੀ ਕੋ ਮਾਲਕ, ਜਦੋਂ ਵੇਖੋ ਗੁਰਤਾ ਗੱਦੀ ਦਾ ਕੋਈ ਮਾਲਕ ਹੀ ਨਹੀਂ ਰਹੂ, ਗੁਰੂ ਨਾਨਕ ਸਾਹਿਬ ਦੇ ਦਰ ਦਾ ਕੋਈ ਗੁਰੂ ਹੀ ਨਾ ਰਹੂਗਾ, ਤਾਂ ਫੇਰ ਦੱਸੋ ਸੰਗਤ ਕਿਵੇਂ ਉਹਨਾਂ ਨੂੰ ਮੰਨੇਗੀ। ਧਨ ਹਿਤ ਅਪਰ ਬਨੇ ਤਤਕਾਲਕ, ਇੰਨਾ ਜ਼ਰੂਰ ਹੋ ਜਾਊ ਵੀ ਧਨ ਦੇ ਲਾਲਚ ਵਿੱਚ ਕੋਈ ਆ ਕੇ ਨਕਲੀ ਆਪਣੇ ਆਪ ਝਾਟੀ ਬਣ ਜਾਵੇ ਵੀ ਚਲੋ 4 ਪੈਸੇ ਇਕੱਠੇ ਕਰਾਂਗੇ, ਗੋਲਕ ਦੇ ਨਕਲੀ ਬਣ ਜਾਣਗੇ, ਮਾਇਆ ਦੇ ਲਾਲਚੀ ਬਣ ਕੇ ਆ ਕੇ ਬੈਠ ਜਾਣਗੇ। ਸ਼ਕਤਹੀਨ ਜੇ ਹੋਏ ਗੁਰ ਔਰਾ, ਤੇ ਜਦੋਂ ਕੋਈ ਐਵੇਂ ਮਾਇਆ ਦਾ ਲਾਲਚੀ ਜਿਹਾ ਤੇ ਫੇਰ ਝੂਠਾ ਜਿਹਾ ਗੁਰੂ ਕੋਈ ਹੋਰ ਬਣ ਕੇ ਜਦੋਂ ਬੈਠ ਗਿਆ ਵੀ ਮੈਂ ਹੀ ਗੁਰੂ ਹਾਂ, ਮੈਂ ਹੀ ਹਾਂ, ਜਿਵੇਂ ਸਾਧ ਸੰਗਤ ਮਿਹਰਬਾਨ 6ਵੇਂ ਪਾਤਸ਼ਾਹ ਦੇ ਬਰਾਬਰ ਹੀ ਬਹਿ ਗਿਆ ਸੀ, ਪ੍ਰਿਥੀਆ 5ਵੇਂ ਪਾਤਸ਼ਾਹ ਦੇ ਬਰਾਬਰ ਕਹਾਉਂਦਾ ਸੀ, ਇਸੇ ਤਰ੍ਹਾਂ ਇਹ ਮਹਾਰਾਜ ਜੇ ਨਕਲੀ ਕੋਈ ਬਣ ਕੇ ਤੁਹਾਡੇ ਤੋਂ ਬਗੈਰ ਬਹਿ ਗਿਆ, ਉਹ ਤਾਂ ਅਸਲੀ ਹੁੰਦੇ ਸੀ ਉਦੋਂ, ਜਦੋਂ ਅਸਲੀ ਤੁਸੀਂ ਬਿਠਾਇਆ ਹੀ ਨਹੀਂ ਕਿਸੇ ਨੂੰ। ਨਕਲੀ ਜਦੋਂ ਬੈਠ ਜਾਏਗਾ, ਸੰਗਤ ਆਵੇਗੀ, ਸੰਗਤ ਦੀ ਭਾਵਨਾ ਉਹਦੇ ਕੋਲ ਪੂਰੀ ਨਹੀਂ ਹੋਵੇਗੀ। ਆਪਸ ਵਿਖੇ ਪਾਏ ਬੜ ਰੋਰਾ, ਫਿਰ ਐਵੇਂ ਆਪਸ ਵਿੱਚ ਰੌਲਾ ਪਊਗਾ, ਇੱਕ ਆਖੂਗਾ ਮੈਂ ਗੁਰੂ ਹਾਂ, ਦੂਜਾ ਆਖੂਗਾ ਮੈਂ ਗੁਰੂ ਹਾਂ, ਆਪਸ ਵਿੱਚ ਹੀ ਝਗੜੇ ਪਾਈ ਰੱਖਣਗੇ ਤੇ ਸੰਗਤ ਵੀ ਜਿਹੜੀ ਇਸ ਕਲੇਸ਼ ਵਿੱਚ ਖੱਜਲ ਖੁਆਰ ਹੋਏਗੀ। ਸਿਆਣੇ ਸਮਝੇ ਤਬ ਹਟ ਜਾਏ, ਤੇ ਜਿਹੜੇ ਸਿਆਣੇ ਆ ਉਹ ਫਿਰ ਸਮਝਣਗੇ ਵੀ ਇਹ ਨਕਲੀ ਹੋਈ ਆ ਸਾਰੇ, ਉਹ ਸਹੀਜੇ ਫਿਰ ਮਹਾਰਾਜ ਗੁਰੂ ਘਰ ਦੇ ਵਿੱਚ ਆਉਣੋਂ ਹਟ ਹੀ ਜਾਣਗੇ। ਗੁਰ ਸਿੱਖੀ ਜਗਹਿ ਬਲਾਏ, ਤੇ ਇਸ ਤਰ੍ਹਾਂ ਮਹਾਰਾਜ ਜਿਹੜੀ ਸਿੱਖੀ ਹੈ ਜਗਤ ਦੇ ਵਿੱਚੋਂ ਬਲਾਏ ਭਾਵ ਛੇਪੀ ਜਾਏਗੀ, ਜਗਤ ਵਿੱਚੋਂ ਗੁਰ ਸਿੱਖੀ ਦੂਰ ਹੀ ਹੋ ਜਾਵੇਗੀ। ਸ੍ਰੀ ਨਾਨਕ ਤੇ ਆਦਿਕ ਭਏ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਜਿੰਨੇ ਵੀ ਪਹਿਲੇ ਗੁਰੂ ਸਾਹਿਬ ਹੋਏ ਹਨ, ਜਗ ਮੇਂ ਸਿੱਖੀ ਕੋ ਦਿੜ ਕੇ, ਉਹਨਾਂ ਨੇ ਜਗਤ ਵਿੱਚ ਸਿੱਖੀ ਨੂੰ ਬਹੁਤ ਦ੍ਰਿੜਤਾ ਬਖਸ਼ੀ ਆ, ਬਹੁਤ ਸਿੱਖੀ ਦਾ ਵਿਸਥਾਰ ਫੈਲਾ ਕੀਤਾ ਏ। ਸੋਨਹ ਬਿਨ ਸਹਿ ਜਿਮ ਜਗ ਮਾਹੀ, ਇਸ ਕਰਕੇ ਮਹਾਰਾਜ ਸਾਡੀ ਅਰਦਾਸ ਇਹੀ ਹੈ, ਭਾਈ ਗੁਰਬਖਸ਼ ਸੁਖ ਸੰਗਤ ਵੱਲੋਂ ਕਹਿੰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ, ਸਾਡੀ ਇਹੀ ਬੇਨਤੀ ਹੈ ਵੀ ਜਿਵੇਂ ਸੰਗਤ ਮਹਾਰਾਜ ਜਗਤ ਵਿੱਚ ਖਰਾਬ ਨਾ ਹੋਵੇ, ਜਿਵੇਂ ਜਿਹੜੀਆਂ ਸਿੱਖ ਸੰਗਤਾਂ ਹਨ ਉਹ ਸਿੱਖੀ ਤੋਂ ਦੂਰ ਨਾ ਹੋਣ। ਉਚਿਤ ਕਰਨ ਕੇ ਹੋ ਬਿਦਤਾਹੀ, ਮਹਾਰਾਜ ਉਸ ਵਿਧੀ ਦੇ ਕਰਨ ਦੇ ਯੋਗ ਹੋ, ਤੁਸੀਂ ਸਰੀਰ ਦੇ ਵਿੱਚ ਰਹਿੰਦਿਆਂ ਉਹ ਮਰਿਆਦਾ ਨਿਭਾ ਕੇ ਉਸੇ ਤਰ੍ਹਾਂ ਕਰਦੇ ਹੋ, ਨਾਹੇ ਤਾਂ ਡੋਲ ਜਾਏਗੀ ਸੰਗਤ, ਨਹੀਂ ਤਾਂ ਬਾਦਸ਼ਾਹ ਸਾਰੀਆਂ ਸੰਗਤਾਂ ਡੋਲ ਜਾਣਗੀਆਂ, ਸਭ ਆਪਣੇ ਨਿਸ਼ਚੇ ਤੋਂ ਜਿਹੜੇ ਥਿੜਕ ਜਾਣਗੇ। ਬੈਠਣ ਲਗੇ ਅਪਰ ਕੀ ਪੰਗਤ, ਹੋਰਾਂ ਦੀਆਂ ਪੰਗਤਾਂ 'ਚ ਹੋਰ ਪਖੰਡੀਆਂ ਨਕਲੀਆਂ ਮੜੀਆਂ ਕਬਰਾਂ ਉੱਧਰ ਜਾ ਕੇ ਬਹਿਣ ਲੱਗ ਪੈਣਗੇ। ਜੋ ਗੁਰ ਗ੍ਰੰਥ ਆਪਨੇ ਭਨਿਓ, ਤੇ ਨਾਲ ਹੀ
ਕਹਿੰਦੇ ਮਹਾਰਾਜ ਜਿਹੜਾ ਤੁਸੀਂ ਇਹ ਬਚਨ ਕਿਹਾ ਹੈ ਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਵੀ ਗੁਰੂ ਦੇ ਬਰਾਬਰ ਹੀ ਹੈ। ਸੋ ਸਗਰੇ ਸਿੱਖਨ ਹੋਏ ਸੁਣਿਓ। ਉਹ ਤਾਂ ਮਹਾਰਾਜ ਬਚਨ ਤੁਹਾਡਾ ਬਿਲਕੁਲ ਠੀਕ ਹੈ, ਬਾਣੀ ਗੁਰੂ ਹੀ ਹੈ ਤੇ ਸਾਰੀ ਸੰਗਤ ਨੇ ਤੁਹਾਡਾ ਇਹ ਹੁਕਮ ਸੁਣ ਲਿਆ ਹੈ। ਲਿਖ ਲੈ ਹੈ ਅਬ ਸੋਢੀ ਸਾਰੇ। ਪਰ ਮਹਾਰਾਜ ਉਹ ਗੱਲ ਸੁਣ ਕੇ ਹੁਣ ਜਿੰਨੇ ਵੀ ਨਕਲੀ ਜੇ ਆ ਸੋਢੀ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਸਾਰੇ ਲਿਖ ਲੈਣਗੇ, ਉਤਾਰੇ ਕਰ ਲੈਣਗੇ ਤੇ ਆਪੋ ਆਪਣੇ ਡੇਰਿਆਂ 'ਚ ਪ੍ਰਕਾਸ਼ ਕਰ ਲੈਣਗੇ। ਬੈਠੇ ਮਾਨੇ ਗੁਰ ਹੋਏ ਭਾਰੇ। ਉਹ ਮਾਨੀ ਹੰਕਾਰੀ ਹੋ ਕੇ ਵੱਡੇ ਗੁਰੂ ਬਣ ਕੇ ਬਹਿਣਗੇ ਵੀ ਵੇਖੋ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਇਸ ਲਈ ਉਹ ਆਖੂ ਸਾਡੇ ਕੋਲ ਹੈ। ਐਵੇਂ ਮਹਾਰਾਜ ਉਹ ਤਾਂ ਆਪੋ ਆਪਣੇ ਡੇਰਿਆਂ ਨੂੰ ਵਧਾਉਣਗੇ। ਫਿਰ ਜਾਂ ਤੇ ਸੰਗਤ ਕਿਸ ਲੜ ਲਾਵੋ। ਜਾਂ ਤੇ ਪਾਤਸ਼ਾਹ ਆਪ ਦੱਸੋ ਵੀ ਸੰਗਤ ਨੂੰ ਕਿਹਦੇ ਲੜ ਲਾ ਕੇ ਚੱਲਿਓ ਆਪਣੇ ਥਾਂ ਤੇ। ਗੁਰਤਾ ਉਚਿਤ ਜਾਹੇ ਲਖ ਪਾਵੋ। ਜੋ ਗੁਰਤਾ ਗੁੱਦੀ ਦੇ ਜੋਗ ਜਿਹਨੂੰ ਜਾਣ, ਤੁਹਾਨੂੰ ਪਤਾ ਅਸੀਂ ਤਾਂ ਨਹੀਂ ਜਾਣਦੇ, ਤੁਸੀਂ ਜਾਣਦੇ ਹੋ ਵੀ ਗੁਰਿਆਈ ਤੇ ਤੁਹਾਡੇ ਮਗਰੋਂ ਬੈਠਣ ਦੇ ਲਾਇਕ ਜੋਗ ਸਮਰੱਥ ਕੌਣ ਹੈ। ਤੇ ਮਹਾਰਾਜ ਜਿਹਨੂੰ ਤੁਸੀਂ ਜਾਣਦੇ ਹੋ ਸਾਨੂੰ ਵੀ ਪ੍ਰਗਟ ਕਰਕੇ ਦੱਸ ਦਿਓ। ਗੁਰ ਕੀ ਸੰਗਤ ਨਿਲ ਸਮੁਦਾਈ। ਦੇਖੋ ਸਾਰੇ ਨਗਰ ਦੀਆਂ, ਸ਼ਹਿਰ ਦੀਆਂ, ਇਲਾਕੇ ਦੀਆਂ ਸੰਗਤਾਂ ਮਿਲ ਕੇ ਤੁਹਾਡੇ ਦਰ ਤੇ ਆਈਆਂ ਹਨ। ਅਰਦਾਸ ਕਰਤ ਅਗਵਾਈ। ਇਸ ਤਰ੍ਹਾਂ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੁਹਾਡੇ ਅੱਗੇ ਅਰਦਾਸ ਅਰਜ਼ੋਈਆਂ ਕਰ ਰਹੇ ਨੇ ਸਿੱਖ। ਸੁਣ ਕਰ ਸ੍ਰੀ ਹਰਿਕ੍ਰਿਸ਼ਨ ਕਿਰਪਾਲਾ। ਕਿਰਪਾਲੂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਭਾਈ ਗੁਰਬਖਸ਼ ਮਸੰਦ ਦੇ ਰਾਹੀਂ ਸਾਰੀ ਸੰਗਤ ਦੀ ਜਦੋਂ ਅਰਦਾਸ ਸੁਣੀ ਤਾਂ ਸੁਣ ਕਰਕੇ ਵਿਚਾਰਨ ਲੱਗੇ। ਜਥਾ ਜੋਗ ਜਾਨੀ ਤਿਸ ਕਾਲਾ। ਇਹ ਮਹਾਰਾਜ ਨੇ ਵਿਚਾਰ ਕੀਤੀ ਵੀ ਬਿਲਕੁਲ ਜੋ ਇਹ ਸਿੱਖ ਬੇਨਤੀ ਕਰ ਰਹੇ ਆ ਵੀ ਇਹ ਸਹੀ ਕਹਿ ਰਹੇ ਆ, ਇਹਦੇ ਵਿੱਚ ਕੁਝ ਨਾ ਗਲਤ ਨਹੀਂ ਕਿਹਾ ਸਾਨੂੰ। ਗੁਰੂ ਹੋਏ ਸੋ ਸਭੇ ਨਾ ਕੈਸੇ। ਕਿਉਂਕਿ ਗੁਰੂ ਹੋਏ ਸੋ ਛਪੈ ਨਾ ਕੈਸੇ। ਇਹ ਭਾਵੇਂ ਸਾਨੂੰ ਤਾਂ ਪਤਾ ਹੈ ਵੀ ਜਿਨ੍ਹਾਂ ਨੇ ਸਾਡੇ ਮਗਰੋਂ ਗੁਰੂ ਬਣਨਾ ਹੈ, ਗੁਰੂ ਤੇਗ ਬਹਾਦਰ ਸਾਹਿਬ ਵੱਲ ਗੁਪਤ ਮਨ ਦੇ ਵਿੱਚ ਵਿਚਾਰ ਕਰ ਰਹੇ ਵੀ ਉਹ ਛਿਪੇ ਤੇ ਕਿਵੇਂ ਵੀ ਰਹਿ ਨਹੀਂ ਸਕਦੇ। ਬਿਰਤ ਹੈ ਗਗਨ ਚੜ੍ਹੇ ਰਬ ਜੈਸੇ। ਜਿਵੇਂ ਸੂਰਜ ਚੜ੍ਹਦਾ ਹੈ ਆਕਾਸ਼ ਵਿੱਚ ਤਾਂ ਉਹ ਫਿਰ ਪ੍ਰਗਟ ਹੀ ਹੋ ਜਾਂਦਾ, ਉਹ ਕਿਹੜਾ ਕਿਸੇ ਕੋਲ ਲੁਕਿਆ ਛਿਪਿਆ ਰਹਿ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਿਚਾਰਦੇ ਨੇ ਵੀ ਭਾਵੇਂ ਕਿ ਜੋ ਗੁਰੂ ਸਾਡੇ ਮਗਰੋਂ ਬਣਨਗੇ ਉਹ ਛੁਪੇ ਤਾਂ ਨਹੀਂ ਰਹਿ ਸਕਦੇ। ਔਰੇਤ ਪੂਰਬ ਗੁਰ ਕੇਰੀ। ਪਰ ਫਿਰ ਵੀ ਜਿਹੜੀ ਵਾਹਿਗੁਰੂ ਆਵਾਜ਼ ਕਿਉਂ ਕਰਦੇ ਜੀ ਹਾਂ ਕਿਹੜਾ ਔਰੇਤ ਪੂਰਬ ਗੁਰ ਕੇਰੀ। ਤੇ ਤਾਂ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਜੋ ਮਰਿਆਦਾ ਹੈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਚੱਲੀ ਆ ਰਹੀ, ਜੋ ਗੁਰੂ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਇਹ ਮਰਿਆਦਾ ਵੀ ਆਪਣੇ ਰਹਿੰਦੇ ਅਗਲੇ ਪਾਸੇ ਮੱਥਾ ਟੇਕ ਕੇ ਗੁਰੂ ਥਾਪਣਾ ਹੈ, ਉਹ ਮਰਿਆਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਹਮਕੋ ਕਰੀ ਚਾਹੀਏ ਇਸ ਦੇਰੀ। ਇਸ ਸਮੇਂ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਨੂੰ ਉਹ ਮਰਿਆਦਾ ਪੂਰੀ ਨਿਭਾਉਣੀ ਚਾਹੀਦੀ ਜੋ ਸਾਡੇ ਪਹਿਲੇ ਸਤਿਗੁਰੂ ਨਿਭਾਉਂਦੇ ਰਹੇ ਨੇ। ਇਨ ਵਿਚਾਰ ਕਰ ਨਿਰਣੈ ਲਹਿਓ। ਇਸ ਤਰ੍ਹਾਂ ਵਿਚਾਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਨਿਰਣੇ ਦੇ ਨਾਲ ਇਹ ਗੱਲ ਮਨ ਵਿੱਚ ਠਾਣ ਲਈ। ਬੋਲੇ ਜਗਾ ਜਥਾ ਜੋਗ ਤੁਮ ਕਹਿਓ। ਲੱਗੇ ਹੈ ਭਾਈ ਗੁਰਬਖਸ਼ ਬਿਲਕੁਲ ਇਹ ਸਹੀ ਗੱਲ ਹੈ ਜੋ ਤੂੰ ਕਹਿਣਾ ਕੀਤਾ ਹੈ। ਐਸੇ ਪੰਚ ਨਰੇਲ ਮਗਾਵੋ। ਜਾਓ ਫਿਰ ਜੇ ਤੁਸੀਂ ਚਾਹੁੰਦੇ ਹੋ 5 ਪੈਸੇ ਤੇ ਇੱਕ ਸ੍ਰੀ ਫਲ ਲੇਰ ਹੁਣੇ ਹੀ ਲੈ ਕੇ ਆ ਜਾਵੋ। ਸਭ ਸੰਗਤ ਕੋ ਨਿਕਟ ਬਿਠਾਵੋ। ਸਾਰੀਆਂ ਸੰਗਤਾਂ ਜਿਹੜੀਆਂ ਬਾਹਰ ਖਲੋਤੀਆਂ ਨੇ ਉਹਨਾਂ ਨੂੰ ਵੀ ਅੰਦਰ ਸੱਦ ਕੇ ਸਾਡੇ ਨੇੜੇ ਬਿਠਾ ਲੈਣਾ ਕਰੋ। ਭਾਰੀ ਗੁਰ ਬਿਦ ਤੇ ਜਗ ਮਾਹੀ। ਭਾਰੀ ਗੁਰੂ ਹੋਣਗੇ ਜੋ ਸਾਡੇ ਪਿੱਛੋਂ ਹੋਣਗੇ, ਜਗਤ ਦੇ ਵਿੱਚ ਪ੍ਰਗਟ ਹੋਣਗੇ, ਛਿਪੇ ਨਹੀਂ ਰਹਿ ਸਕਦੇ। ਜਿਸ ਤੇ ਦੰਭੀ ਗੁਰ ਦੁਰ ਜਾਹੀ। ਜਿਨ੍ਹਾਂ ਦੇ ਪ੍ਰਗਟ ਹੋਣ ਦੇ ਨਾਲ ਜੇ ਕੋਈ ਦੰਭੀ ਗੁਰੂ ਬਣ ਕੇ ਬੈਠੇਗਾ ਵੀ ਨਾ ਉਹ ਇਦਾਂ ਛਿਪ ਜਾਣਗੇ ਜਿਵੇਂ ਸੂਰਜ ਦੇ ਚੜ੍ਹਿਆਂ ਤਾਰੇ ਛਿਪ ਜਾਂਦੇ ਹਨ। ਸਿੱਖ ਹਜ਼ਾਰਾਂ ਲੱਖਾਂ ਕੋਟ। ਹਜ਼ਾਰਾਂ ਲੱਖਾਂ ਕਰੋੜਾਂ ਹੀ ਸਿੱਖ ਸੇਵਕ ਰਹਿਗੇ ਜਿਸ ਕੀ ਲੈ ਓਟ। ਜਿਸ ਸਤਿਗੁਰਾਂ ਦਾ ਓਟ ਆਸਰਾ ਲੈ ਕਰਕੇ ਉਧਰ ਜਾਣਗੇ, ਸੰਸਾਰ ਤੋਂ ਤਰ ਜਾਣਗੇ। ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਹੈ ਸਾਧ ਸੰਗਤ ਜੀ ਗੁਰਸਿੱਖੋ ਸਾਡੇ ਤੋਂ ਬਾਅਦ ਐਸੇ ਭਾਰੀ ਗੁਰੂ ਹੋਣੇ ਨੇ, ਐਸੇ ਗੁਰੂ ਅਸੀਂ ਥਾਪ ਕੇ ਚੱਲੇ ਹਾਂ ਜਿਹੜੇ ਸੰਸਾਰ ਦੇ ਵਿੱਚ ਕਰੋੜਾਂ ਹੀ ਸਿੱਖ ਸੇਵਕਾਂ ਦਾ
ਭਲਾ ਕਰਨਗੇ। ਉਧਰੇਂਗੇ ਜਿਸ ਕੀ ਲੈ ਓਟ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਹਜ਼ਾਰਾਂ ਲੱਖਾਂ ਕਰੋੜਾਂ ਹੀ ਸਿੱਖ ਤਰ ਜਾਣਗੇ। ਧਰਿ ਧਰਾ ਸਮ ਧੀਰਜ ਭਾਰੀ, ਫਿਰ ਉਹ ਧਰਤੀ ਦੇ ਸਮਾਨ ਭਾਰੀ ਧੀਰਜ ਧਾਰੀ ਹੋਣਗੇ। ਸਸ ਸੂਰਜ ਸਮ ਪਰ ਉਪਕਾਰੀ, ਜਿਵੇਂ ਸੱਸ ਚੰਦਰਮਾ ਦੇ ਸੂਰਜ ਹੈ ਉਹਦੇ ਵਾਂਗ ਪਰ ਉਪਕਾਰੀ ਹੋਣਗੇ। ਸੂਰਜ ਚੰਦਰਮਾ ਚਾਨਣ ਕਰਦੇ, ਕਿਸੇ ਕੋ ਪੈਸਾ ਤਾਂ ਨਹੀਂ ਲੈਂਦੇ, ਕੁਝ ਕਿਸੇ ਕੋ ਚਾਨਣਾ ਤੇ ਨਹੀਂ ਰੱਖਦੇ, ਮੁਫਤ ਜੀ ਸਾਰਿਆਂ ਨੂੰ ਪ੍ਰਕਾਸ਼ ਦਿੰਦੇ ਨੇ ਨਾ। ਐਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਜਿਹੜੇ ਸਾਡੇ ਥਾਂ ਤੇ ਨੌਵੇਂ ਗੁਰੂ ਹੋਣਗੇ ਉਹ ਚੰਦਰਮਾ ਦੇ ਸੂਰਜ ਦੇ ਵਾਂਗ ਭਾਰੀ ਪਰਉਪਕਾਰੀ ਹੋਣਗੇ। ਇਸ਼ਾਰਾ ਮਹਾਰਾਜ ਨੇ ਇਹ ਕਰ ਦਿੱਤਾ ਗੁਪਤ ਰੂਪ ਦੇ ਵਿੱਚ, ਜਿਹੜਾ ਆਪਾਂ ਹੁਣ ਸਮਝ ਸਕਦੇ ਹਾਂ ਵੀ ਇਹ ਵੇਖੋ ਵੀ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਜਿਹੜਾ ਹੈ ਉਹ ਮਹਾਰਾਜ ਕੁਰਬਾਨ ਕਰ ਦੇਣਗੇ। ਤਾਈਓ 10ਵੇਂ ਪਾਤਸ਼ਾਹ ਨੇ ਕਿਹਾ ਨਾ ਵੀ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਕਿ ਨਾਵੇਂ ਪਾਤਸ਼ਾਹ ਵਰਗਾ ਕੰਮ ਨਹੀਂ ਕਿਸੇ ਨੇ ਕੀਤਾ ਵੀ ਦੂਜਿਆਂ ਵਾਸਤੇ ਆਪਾਂ ਕੁਰਬਾਨ ਕਰ ਦੇਣਾ। ਆਪਣੇ ਵਾਲੀ ਤਾਂ ਉਹ ਵੀ ਮੁਸ਼ਕਲ ਹੁੰਦਾ ਪਰ ਕੋਈ ਕਰ ਵੀ ਸਕਦਾ, ਪਰ ਦੂਜੇ ਧਰਮ ਨੂੰ ਬਚਾਉਣ ਲਈ ਆਪਣਾ ਕੁਰਬਾਨ ਕੀਤਾ। ਉਹ ਵਰ ਮਿਲ ਰਹੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲੋਂ। ਕਹਿਣ ਲੱਗੇ ਉਹ ਸਾਡੇ ਬਾਅਦ ਜੋ ਗੁਰੂ ਹੋਣਗੇ ਭਾਰੀ ਪਰਉਪਕਾਰੀ ਸਤਿਗੁਰੂ ਹੋਣਗੇ। ਸਿੱਖੀ ਦ੍ਰਿੜ ਐਸੀ ਜਗ ਕਰੇ, ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਇੰਨੀ ਪੱਕੀ ਕਰ ਦੇਣਗੇ, ਇੰਨੀ ਦ੍ਰਿੜ ਕਰ ਦੇਣਗੇ। ਜੇ ਬੇਮੁਖ ਸਭ ਪੈਰੀ ਪਰੇ, ਜੇ ਕੋਈ ਬੇਮੁਖ ਵੀ ਹੋਵੇਗਾ ਉਹ ਵੀ ਆ ਕਰਕੇ ਪੈਰੀ ਪੈ ਜਾਵੇਗਾ ਉਹ ਨੌਵੇਂ ਪਾਤਸ਼ਾਹ ਦੇ। ਮਹਾਂ ਪ੍ਰਤਾਪ ਸਭਨ ਪਰ ਛਾਵੇ, ਉਹਨਾਂ ਦਾ ਤੇਜ ਪ੍ਰਤਾਪ ਸਾਰਿਆਂ ਦੇ ਉੱਤੇ ਫੈਲ ਜਾਵੇਗਾ, ਹਰ ਕੋਈ ਉਹਨਾਂ ਦੇ ਪ੍ਰਭਾਵ ਨੂੰ ਮੰਨੇ ਕਬੂਲੇਗਾ। ਉਸ ਤੇ ਕੁਛ ਕਰਕੇ ਦਿਖਾਵੇ, ਤੇ ਕੁਝ ਤੋਂ ਕਹਿੰਦੇ ਕੁਝ ਕਰਕੇ ਵਿਖਾ ਦੇਣਗੇ। ਜਦੋਂ ਹੋਈ ਸੀ ਨਾ ਦਿੱਲੀ ਗੱਲ, ਉਹ ਔਰੰਗਜ਼ੇਬ ਕਹਿੰਦਾ ਮੈਂ ਇੱਕ ਕਰਨਾ ਚਾਹੁੰਦਾ ਹਾਂ, ਸਤਿਗੁਰੂ ਕਹਿੰਦੇ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਏ, ਅਸੀਂ ਦੋਵਾਂ ਤੋਂ ਅੱਗੇ ਹੋਰ ਤੀਸਰਾ ਪ੍ਰਗਟ ਕਰਾਂਗੇ। ਖਾਲਸੇ ਦਾ ਵਰ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ ਸੀ ਵੀ ਖਾਲਸਾ ਪੰਥ ਪ੍ਰਗਟ ਹੋਏਗਾ। ਇਹ ਇਸ਼ਾਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਕਰ ਰਹੇ ਨੇ ਵੀ ਜੋ ਸਾਡੇ ਬਾਅਦ ਗੁਰੂ ਹੋਣਗੇ ਉਹ ਕੁਝ ਤੋਂ ਕੁਝ ਕਰਕੇ ਵਿਖਾ ਦੇਣਗੇ। ਔਰੰਗਜ਼ੇਬ ਕਹਿੰਦਾ ਮੈਂ ਇੱਕ ਕਰਾਂਗਾ, ਉਹ ਕਹਿੰਦੇ ਤੀਸਰਾ ਪ੍ਰਗਟ ਹੋਣਾ ਹਾਲਾਂ ਤੇ ਤੂੰ ਇੱਕ ਦੀ ਗੱਲ ਕਰਦਾ ਹੈ। ਇਸ ਤਰ੍ਹਾਂ ਦੇ ਮਹਾਰਾਜ ਹੋਣਗੇ। ਸੁਣ ਸੇ ਮੁਖ ਤੇ ਬਚਨ ਸੁਹਾਏ, ਇਹ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਮੁਖ ਤੋਂ ਬੜੇ ਸੁਹਾਵੇ, ਬੜੇ ਸੋਹਣੇ, ਬਹੁਤ ਬਖਸ਼ਿਸ਼ਾਂ ਵਾਲੇ ਬਚਨ ਸੁਣੇ ਸੰਗਤਾਂ ਨੇ। ਸੁਣਤ ਜੇ ਸਗਰੇ ਸੀਸ ਨਵਾਏ, ਜਿੰਨੇ ਵੀ ਸਿੱਖ ਸੇਵਕ ਮਹਾਰਾਜ ਦੇ ਹਜ਼ੂਰ ਸੁਣ ਰਹੇ ਸਨ ਸਾਰਿਆਂ ਨੇ ਸਿਰ ਝੁਕਾਇਆ, ਨਮਸਕਾਰ ਕੀਤੀ, ਧੰਨ ਹੋ ਮਹਾਰਾਜ। ਆਏ ਗਏ ਆਨਿਓ ਤਤਕਾਲਾ, ਉਧਰ ਜਿਹੜਾ ਸੇਵਕ ਗੁਰਾਂ ਦਾ ਹੁਕਮ ਮੰਨ ਕੇ ਦੌੜ ਕਰਕੇ ਸ੍ਰੀ ਫਲ ਤੇ 5 ਪੈਸੇ ਲੈਣ ਵਾਸਤੇ ਗਿਆ ਤੇ ਦੌੜ ਕਰਕੇ ਹੀ ਸਤਿਗੁਰਾਂ ਦੇ ਕੋਲ ਵਾਪਸ ਆ ਗਿਆ। ਐਸੇ ਪੰਚ ਨਰੇਲ ਬਿਸਾਲਾ, ਇੱਕ ਬਹੁਤ ਵੱਡਾ ਸ਼੍ਰੀਪਾਲ ਲਲੇਰ ਤੇ 5 ਪੈਸੇ ਦਿੱਤੇ ਮਹਾਰਾਜ ਨੂੰ। ਕੰਚਨ ਥਾਰ ਵਿਖੇ ਤਰਦੀਨ, ਸੋਨੇ ਦਾ ਥਾਲ ਮੰਗਵਾਇਆ ਸਤਿਗੁਰਾਂ, ਉਹਦੇ ਵਿੱਚ 5 ਪੈਸੇ ਤੇ ਲਲੇਰ ਰੱਖ ਦਿੱਤਾ। ਚੰਦਨ ਪੁਸ਼ਪ ਧੂਪ ਸੁਭ ਕੀਨ, ਜਿਹਦੇ ਵਿੱਚ ਚੰਦਨ ਦੀਆਂ ਸੁਗੰਧੀਆਂ, ਕੁਝ ਫੁੱਲ ਤੇ ਫਿਰ ਸੁਗੰਧੀ ਲਈ ਧੂਪ ਆਦਿਕ ਤਖਾਉਣਾ ਕੀਤਾ ਹੈ। ਸੰਗਤ ਸਗਰੀ ਨਿਕਟ ਬੁਲਾਈ, ਸਾਰੀ ਸਿੱਖ ਸੰਗਤ ਜੋ ਮਹਾਰਾਜ ਦੇ ਬਾਹਰ ਦਰਵਾਜ਼ੇ ਦੇ ਖਲੋਤੀ ਭੀੜ ਲੱਗੀ ਆਪਣੇ ਕੋਲ ਸੱਦ ਲਈ। ਜਿਸ ਵਿੱਚ ਸਿਆਣੇ ਸਿੱਖ ਸਮੁਦਾਈ, ਜਿਨ੍ਹਾਂ ਦੇ ਵਿੱਚ ਸਮੂਹ ਸੰਗਤਾਂ ਨੇ, ਸਿਆਣੇ ਸਮਝਦਾਰ ਗੁਰੂ ਨਾਨਕ ਮਹਾਰਾਜ ਦੇ ਘਰ ਦੀ ਮਰਿਆਦਾ ਨੂੰ ਮੰਨਣ ਵਾਲੇ ਸਿੱਖ ਵੀ ਸਮੂਹ ਆ ਗਏ। ਆਥਨ ਜੋਰ ਨਾਥ ਗੁਰ ਆਗੇ, ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਨਮੋ ਕਰਹਿ ਕੋ ਚਰਨੀ ਲਾਗੇ, ਨਮਸਕਾਰਾਂ ਕਰ ਰਹੇ ਨੇ। ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨੀ ਲੱਗ ਰਹੇ ਹਨ ਸਿੱਖ। ਕਹਿਤ ਕੀ ਚਰਹਿ ਮਸਾਲ ਅਗਾਰੀ, ਉਸ ਵੇਲੇ ਕਿਉਂਕਿ ਰਾਤ ਦਾ ਸਮਾਂ ਸੀ ਨਾ, ਮਹਾਰਾਜ ਤਾਂ ਬਸ ਜੋਤੀ ਜੋ ਸਮਾਉਣੀ ਵਾਲੇ ਸਨ, 4 ਘੜੀਆਂ ਰਾਤ ਗਈ ਸੀ ਤੇ ਰਾਤ ਦਾ ਸਮਾਂ ਸੀ ਜਦੋਂ ਇਹ ਸਾਰੀ ਫਿਰ ਸੰਗਤਾਂ ਬੇਨਤੀ ਕੀਤੀ ਮਹਾਰਾਜ ਐਵੇਂ ਕਿਵੇਂ ਲੜ ਲਾ ਕੇ ਜਾਓ ਕਿਸੇ ਦੇ,
ਇਹ ਸਤਿਗੁਰਾਂ ਤਿਆਰੀ ਕੀਤੀ, ਮਸ਼ਾਲਾਂ ਬਲ ਰਹੀਆਂ ਨੇ ਦੇਸੀ ਘਿਓ ਦੀਆਂ, ਚਾਨਣ ਹੋ ਰਿਹਾ ਏ। ਅਪਰ ਸੁਗੰਧਨ ਬਹੁ ਮਹਿਕਾਰੀ, ਇੱਕ ਤਾਂ ਦੇਸੀ ਘਿਓ ਦੀਆਂ ਮਸ਼ਾਲਾਂ ਜੋਤਾਂ ਦੇ ਨਾਲ ਖੁਸ਼ਬੂ ਆ ਰਹੀ ਹੈ, ਹੋਰ ਵੀ ਸੁਗੰਧੀ ਦੀ ਬਹੁਤ ਸਮਗਰੀ ਜੋ ਖਿਲਾਰੀ ਫੈਲਾਈ ਗਈ ਮਹਾਰਾਜ ਸਾਹਿਬ ਦੇ ਪਾਵਨ ਸਥਾਨ ਤੇ, ਜਿਹਦੀ ਮਹਿਕ ਆ ਰਹੀ ਏ। ਸਭਾ ਲਗਾਏ ਜਥਾ ਚਿਤ ਸਾਰੇ, ਜੋ ਜਥਾ ਉਚਿਤ ਸੀ, ਜਿਵੇਂ ਦੀਵਾਨ ਸਜਾ ਕਰਕੇ ਸਾਰੇ ਸਭਾ ਲਾ ਕਰਕੇ ਬੈਠੇ ਚਾਹੁੰਦੇ ਸਗੁਰ ਪਰਵਾਰੇ। ਗੁਰੂ ਮਹਾਰਾਜ ਦੇ ਚਾਰ ਸਫੇਰੇ ਸਿੱਖ ਸੇਵਕ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਬੈਠ ਗਏ। ਕਰੇ ਮੌਨ ਸਭ ਹੀਰਨ ਕਰੇ, ਚੁੱਪ ਹਨ ਤੇ ਗੁਰੂ ਮਹਾਰਾਜ ਸਾਹਿਬ ਵੱਲ ਟਿਕੀ ਲਾ ਕਰਕੇ ਵੇਖ ਰਹੇ ਨੇ, ਕਿਉਂਕਿ ਪਹਿਲਿਆਂ ਵੇਲੇ ਤਾਂ ਸੰਗਤਾਂ ਅੰਦਾਜ਼ਾ ਲਾਉਂਦੀਆਂ ਰਹੀਆਂ ਵੀ ਆਹ ਗੁਰੂ ਬਣ ਗਿਆ, ਇਸ ਵੇਲੇ ਪਤਾ ਨਹੀਂ ਹੈ। ਇਹ ਵੇਖ ਰਹੇ ਨੇ ਵੀ ਕਿਹਨੂੰ ਮਹਾਰਾਜ ਗੁਰਿਆਈ ਦਿੰਦੇ ਹਨ। ਸਨੇ ਸਨੇ ਗੁਰ ਸਿਮਰਨ ਧਰੇ, ਤੇ ਸਹਿਜੇ ਸਹਿਜੇ ਗੁਰੂ ਦਾ ਸਿਮਰਨ ਕਰ ਰਹੇ ਨੇ ਆਪਣੇ ਹਿਰਦੇ ਵਿੱਚ ਵੀ ਮਹਾਰਾਜ ਕਰੋ ਕਿਰਪਾ, ਬਖਸ਼ਿਸ਼ ਕਰੋ। ਸ੍ਰੀ ਹਰਿ ਕ੍ਰਿਸ਼ਨ ਦਰਸਕੋ ਦਾਨ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਨੇ, ਮਹਾਰਾਜ ਦਰਸ਼ਨਾਂ ਦਾ ਦਾਨ ਦੇ ਰਹੇ ਹਨ। ਦੀਨੋ ਕੀਨ ਜਨਨ ਕਲਿਆਣ, ਦੀਨੋ ਕੀਨ ਜਨਨ ਕਲਿਆਣ, ਆਪਣੇ ਦਰਸ਼ਨਾਂ ਦਾ ਦਾਨ ਦੇ ਕੇ ਅਨੇਕਾਂ ਜਾਨ ਦਾਸਾਂ ਦੀ ਕਲਿਆਣ ਕੀਤੀ ਅਠਵੇਂ ਪਾਤਸ਼ਾਹ। ਜਿਉ ਪਰਅੰਕ ਤਰੇ ਗੁਰ ਭਏ, ਮਹਾਰਾਜ ਪਲੰਗੇ ਤੇ ਬੈਠੇ ਸਨ। ਪਹਿਲਾਂ ਜਦੋਂ ਸੰਗਤ ਆ ਕੇ ਬਹਿ ਗਈ, ਸਾਰੀ ਪਲੰਗੇ ਵਾਲਾ ਆਸਣ ਛੱਡ ਕੇ ਹੇਠਾਂ ਜਿਹੜਾ ਆਸਣ ਵਿਛਾਇਆ ਸੀ ਨਾ, ਦੱਬ ਆਦਿ ਕਾਈ ਜੀ ਦੇ ਉੱਪਰ ਚਾਦਰਾਂ ਵਿਛਾਈਆਂ, ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੈਠ ਗਏ। ਉਸ ਕੋ ਆਸਤਰਨ ਥਿਰ ਥੀਐ, ਜੋ ਕੋਸ਼ਾ ਆਸਣ ਸੀ, ਉੱਤੇ ਮਹਾਰਾਜ ਸਾਹਿਬ ਨੇ ਚੌਂਕੜਾ ਮਾਰ ਲਿਆ। ਕੰਚਨ ਥਾਲ ਨਿਕਟ ਕਰਵਾਇਓ, ਉਸ ਵੇਲੇ ਜੋ ਸੋਨੇ ਦਾ ਥਾਲ ਜਿਹ 'ਚ ਗੁਰਿਆਈ ਦੇ ਚਿੰਨ੍ਹ ਰੱਖੇ ਸਨ, ਆਪਣੇ ਕੋਲ ਮਹਾਰਾਜ ਨੇ ਇਸ਼ਾਰਾ ਕਰਕੇ ਮੰਗਵਾਇਆ ਹੈ। ਦੇਖ ਦਾਹਨੋ ਹੱਥ ਉਠਾਇਓ, ਤੇ ਨੇੜੇ ਰੱਖਿਆ ਥਾਲ ਵੇਖ ਕੇ ਸੱਜੇ ਹੱਥ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਚੁੱਕ ਲਿਆ। ਮਿਰਦਲ ਮਨਿੰਦ ਕਮਲ ਕੇ ਜੋਏ, ਜਿਨ੍ਹਾਂ ਮਹਾਰਾਜ ਸਾਹਿਬ ਜੀ ਦੇ ਛੋਟੇ ਮਿਰਦੁਲ ਮਨਿੰਦ ਕਹਿੰਦੇ ਵੀ ਬਿਲਕੁਲ ਕੋਮਲ ਤੇ ਕਮਲ ਵਰਗੇ ਜੋ ਮਹਾਰਾਜ ਸਾਹਿਬ ਜੀ ਦੇ ਹੱਥ ਹਨ। ਪ੍ਰੇਰਣ ਕਰਿਓ ਬਿਖੇ ਗਨ ਸੋਏ, ਉਹ ਹੱਥ ਦੇ ਵਿੱਚ ਮਹਾਰਾਜ ਨੇ ਥਾਲ ਪਕੜ ਕੇ ਪ੍ਰੇਰਣਾ ਕੀਤਾ, ਭਾਵ ਉਸ ਥਾਲ ਨੂੰ ਹਿਲਾਇਆ, ਘੁਮਾਉਣਾ ਕੀਤਾ ਤੇ ਸਾਰੀ ਸੰਗਤ ਵੇਖ ਰਹੀ ਹੈ। ਐਸੇ ਪੰਜ ਉਠਾਵਨ ਕਰੇ, ਕਿ 5 ਪੈਸੇ ਜਿਹੜੇ ਸਨ ਉਹ ਮਹਾਰਾਜ ਨੇ ਉਸ ਥਾਲ ਦੇ ਵਿੱਚੋਂ ਆਪਣੇ ਹੱਥ ਦੇ ਨਾਲ ਚੁੱਕ ਕਰਕੇ ਸ੍ਰੀ ਫਲ ਸਾਥ ਹਾਥ ਮੋਹ ਧਰੇ, ਤੇ ਸ਼੍ਰੀ ਫਲ ਵੀ ਆਪਣੇ ਹੱਥ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਪਕੜ ਲਿਆ। ਹੀਨ ਮੰਡਲਾ ਕ੍ਰਿਤ ਤੋ ਤ੍ਰੈ ਬਾਰੀ, ਕਹਿੰਦੇ 3 ਵਾਰ ਆਪਣੇ ਹੱਥ ਦੇ ਵਿੱਚ ਮਹਾਰਾਜ ਨੇ ਪੈਸੇ ਤੇ ਸ਼੍ਰੀ ਫਲ ਲੈ ਕੇ ਉਹਨੂੰ ਮੰਡਲਾਕਾਰ ਕੀ ਹੁੰਦਾ ਵੀ ਗੋਲ ਗੋਲ ਤਰ੍ਹਾਂ ਘੁਮਾਇਆ, ਕਿਉਂਕਿ ਉਦਾਂ ਦੇ ਸਾਹਮਣੇ ਗੁਰੂ ਨੂੰ ਤਖਤ ਤੇ ਬਿਠਾ ਕੇ ਤੇ ਉਹਦੀਆਂ 3 ਪ੍ਰਕਰਮਾਂ ਕਰਦੇ ਸਨ, ਸ਼ੁਰੂ ਤੋਂ ਐਵੇਂ ਆ ਰਿਹਾ ਸੀ। ਪਰ ਇਸ ਵਾਰ ਜਿਨ੍ਹਾਂ ਨੂੰ ਗੁਰੂ ਬਣਾਉਣਾ ਹੈ ਉਹ ਦੂਰ ਬੈਠੇ ਹਨ, ਤਾਂ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਹੱਥ ਦੇ ਵਿੱਚ ਹੀ ਪਕੜ ਕੇ ਲਲੇਰ ਤੇ ਪੈਸੇ ਤੇ ਉਹਨੂੰ 3 ਵਾਰ ਗੋਲ ਗੋਲ ਘੁਮਾਉਣਾ ਕੀਤਾ। ਹਰਿਓ ਸੋ ਧਿਆਨ ਪਰਕਰਮਾ ਧਾਰੀ, ਤੇ ਆਪਣੇ ਅੰਤਰ ਧਿਆਨ ਹੋ ਕਰਕੇ ਹੀ ਉਹਨਾਂ ਨੇ 9ਵੇਂ ਸਤਿਗੁਰਾਂ ਦੀਆਂ ਪਰਕਰਮਾਂ ਕੀਤੀਆਂ, ਧਿਆਨ ਦੇ ਵਿੱਚ 3 ਵਾਰ। ਦੇਵਨ ਕਰੀ ਭੂਮ ਜਹ ਪਾਵਨ, ਤੇ ਜਦੋਂ 3 ਪਰਕਰਮਾਂ ਧਿਆਨ ਦੇ ਨਾਲ ਥਾਲ ਨੂੰ ਹੱਥ ਵਿੱਚ ਘੁਮਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤੀਆਂ, ਫਿਰ ਜੋ ਧਰਤੀ ਥੱਲੇ ਲੇਪਣ ਕੀਤੀ ਹੋਈ ਸੀ, ਜਿੱਥੇ ਚੰਗੀ ਤਰ੍ਹਾਂ ਸਫਾਈ ਕੀਤੀ ਸੀ, ਨਿਜ ਕਰ ਤਹਿ ਕਰ ਟਿਕਾਵਨ, ਆਪਣੇ ਹੱਥ ਦੇ ਵਿੱਚ ਜੋ ਫੜੇ ਹੋਏ ਸ਼੍ਰੀ ਫਲ 5 ਪੈਸੇ ਨੇ ਫਿਰ ਮਹਾਰਾਜ ਨੇ ਘੁਮਾਉਣ ਤੋਂ ਬਾਅਦ ਧਰਤੀ ਤੇ ਰੱਖ ਦਿੱਤੇ। ਹੱਥ ਜੋੜ ਪੁਰ ਬੰਧਨ ਠਾਨੀ, ਫਿਰ ਦੋਵੇਂ ਹੱਥ ਜੋੜ ਕੇ ਦਿੱਲੀ ਵੱਲੋਂ ਹੀ ਇੱਧਰ ਲਹਿੰਦੇ ਵਾਲੇ ਪਾਸੇ ਨੂੰ ਬਕਾਲੇ ਨਗਰ ਵੱਲ ਨੂੰ ਮਹਾਰਾਜ ਸਾਹਿਬ ਜੀ ਨੇ ਬੰਦਨਾ ਕੀਤੀ, ਨਮਸਕਾਰ ਕੀਤੀ। ਨੇਤਰ ਉਗਾਰ ਕਹੀ ਮੁਖ ਬਾਮੀ, ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਾਧ ਸੰਗਤ ਨੇਤਰ ਖੋਲੇ 8ਵੇਂ ਸਤਿਗੁਰਾਂ, ਉਸ ਵੇਲੇ ਮੁਖੋਂ ਬਚਨ ਕਿਹਾ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ, ਸੰਗਤ ਜੀ
ਸਾਡੇ ਬਾਬੇ, ਸਾਡਾ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਕਾਲੇ ਨਗਰ ਵਿੱਚ ਇਸ ਵੇਲੇ ਵਸ ਰਹੇ ਨੇ। ਉਹ ਗੁਰੂ ਬਣ ਕੇ ਪ੍ਰਗਟ ਹੋਣਗੇ, ਸਾਰੀ ਸੰਗਤ ਨੂੰ ਆਪੇ ਹੀ ਸੰਭਾਲ ਲੈਣਗੇ, ਸਾਰੀਆਂ ਸੰਗਤਾਂ ਦੀ ਆਪ ਹੀ ਬਾਂਹ ਫੜ ਲੈਣਗੇ। ਇਸ ਤਰ੍ਹਾਂ ਦਾ ਬਚਨ ਸੁਣਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਦੇ ਵਿੱਚ ਕਹਿਣਾ ਕੀਤਾ। ਸਿੱਖਾਂ ਨੇ ਆਪਣੇ ਦਿਲ ਦੇ ਵਿੱਚ ਨਿਸ਼ਚਾ ਲੈ ਲਿਆ ਵੀ ਇਸ ਵੇਲੇ ਜੋ ਸਾਡੇ ਗੁਰੂ ਹਨ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਾਬਾ ਬਕਾਲੇ ਵਿੱਚ ਵਸਦੇ ਨੇ। ਭਾਵੇਂ ਸੰਗਤ ਵਿਚਾਰ ਰਹੀ ਹੈ ਵੀ ਨਾਮ ਤਾਂ ਨਹੀਂ, ਭਾਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਮੁਖ ਤੋਂ ਉਹਨਾਂ ਦਾ ਲੈਣਾ ਕੀਤਾ, ਤਾਂ ਵੀ ਉਹਨਾਂ ਨੇ ਚੰਗੀ ਤਰ੍ਹਾਂ ਜਾਣ ਲਿਆ ਗੁਰੂ ਵੀ ਵੱਡੇ ਤੋਂ ਵੱਡੇ ਗੁਰੂ ਹੋਣਗੇ, ਆਪ ਜ਼ਰੂਰ ਪ੍ਰਗਟ ਹੋਣਗੇ, ਛੁਪੇ ਨਹੀਂ ਰਹਿ ਸਕਦੇ। ਇਸ ਵਿਚਾਰ ਕਰ ਕੋਈ ਨਾ ਕਹੇ। ਇਸ ਤਰ੍ਹਾਂ ਵਿਚਾਰ ਕੇ ਸੰਗਤ ਨੇ ਫਿਰ ਹੋਰ ਕੁਝ ਪੁੱਛਿਆ ਨਹੀਂ ਵੀ ਮਹਾਰਾਜ ਨੇ ਇਹ ਸਾਡੇ ਕਹਿਣ ਤੇ ਬਚਨ ਕਰਤਾ, ਉਹ ਗਰਿਆਈ ਦੇ ਦਿੱਤੀ, ਮੱਥਾ ਟੇਕਤਾ, ਬਾਬੇ ਬਕਾਲੇ ਵੱਲ ਨੂੰ ਮੁਖ ਕਰਕੇ ਹੋਰ ਪੁੱਛਣ ਦੀ ਲੋੜ ਹੀ ਕੋਈ ਨਹੀਂ ਹੈ। ਕਿਉਂਕਿ ਸਾਧ ਸੰਗਤ ਜੀ ਉਸ ਵੇਲੇ ਬਾਬਾ ਬਕਾਲਾ ਦੀ ਧਰਤੀ ਦੇ ਵਿੱਚ ਬਕਾਲਾ ਹੀ ਨਗਰ ਸੀ ਉਸ ਵੇਲੇ ਤੀਕਰ ਨਾਮ, ਫਿਰ ਬਾਬਾ ਬਕਾਲਾ ਸਾਹਿਬ ਬਣਿਆ। ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਸਦੇ ਸਨ। 5 ਭਾਈ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ, 5 ਪੁੱਤਰ, ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਅਟਲ ਰਾਏ ਜੀ, ਸੂਰਜਮਲ ਜੀ, ਅਣੀ ਰਾਏ ਜੀ ਤੇ ਸ੍ਰੀ ਤੇਗ ਬਹਾਦਰ ਸਾਹਿਬ। ਬਾਬਾ ਗੁਰਦਿੱਤਾ ਜੀ ਵੀ ਉਦੋਂ ਨੂੰ ਸੱਚਖੰਡ ਜਾ ਚੁੱਕੇ ਸੀ, ਅਟਲ ਰਾਏ ਜੀ ਛੋਟੀ ਉਮਰ ਵਿੱਚ ਚਲੇ ਗਏ, ਸੂਰਜਮਲ ਜੀ ਦਾ ਵੀ ਕੀਰਤਪੁਰ ਸਾਹਿਬ ਅਕਾਲ ਚਲਾਣਾ ਹੋ ਚੁੱਕਾ ਸੀ। ਫਿਰ ਇਸੇ ਤਰ੍ਹਾਂ ਬਾਬਾ ਅਣੀ ਰਾਏ ਵੀ ਚੜ੍ਹਾਈ ਕਰ ਗਏ। ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਰੀਰ ਦੇ ਵਿੱਚ ਹਾਜ਼ਰ ਤੇ ਉਹ ਵੀ ਬਾਬੇ ਬਕਾਲੇ ਸਨ। ਇਸ ਕਰਕੇ ਹੋਰ ਕੋਈ ਸੋਢੀਆਂ ਦਾ ਘਰ ਨਹੀਂ ਸੀ ਇੱਥੇ, ਕਿਉਂਕਿ ਮਹਾਰਾਜ ਨਾਨਕੇ ਨਗਰ ਆਏ ਨੇ ਆਪਣੇ, ਤੇ ਹੋਰ ਕੋਈ ਸੋਢੀ ਰਹਿੰਦਾ ਵੀ ਨਹੀਂ ਸਹੀ। ਤੇ ਬਾਬਾ ਕਹਿੰਦੇ ਸਨ, ਪੁਰਾਣੇ ਲੋਕ ਆਪਣੇ ਦਾਦੇ ਨੂੰ ਬਾਬਾ ਹੀ ਕਹਿੰਦੇ। ਹਜੇ ਵੀ ਕੋਈ ਪੁਰਾਣਿਆ ਕੋਈ ਮਿਲ ਪਏ ਵੀ ਤੇਰੇ ਬਾਬੇ ਦਾ ਨਾਂ ਕੀ ਹੈ, ਉਹ ਪੁੱਛ ਲੈਂਦੇ ਨਿਆਣਿਆਂ ਨੂੰ। ਪੁਰਾਣੇ ਬਜ਼ੁਰਗ ਅਜੇ ਵੀ ਕਹਿੰਦੇ ਵੀ ਤੇਰਾ ਬਾਬਾ ਕੌਣ ਹੈ, ਭਾਵ ਤੇਰਾ ਦਾਦਾ ਕੌਣ ਹੈ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਾਦਾ ਜੀ ਉਹੀ ਲੱਗਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਦਾਦੇ ਦੇ ਭਰਾ ਸਨ ਤੇ ਇੱਕੋ ਜਿਹਾ ਰਿਸ਼ਤਾ ਹੁੰਦਾ ਹੈ। ਇਸ ਕਰਕੇ ਬਾਬਾ ਕਿਹਾ, ਨਾਮ ਨਹੀਂ ਲਿਆ ਆਪਣੇ ਵੱਡਿਆਂ ਦਾ ਮਹਾਰਾਜ ਨੇ ਮੁਖ ਤੋਂ, ਤਾਂ ਕਿਹਾ ਹੈ ਵੀ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਇਹ ਇਸ਼ਾਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਰ ਦਿੱਤਾ, ਪ੍ਰਗਟ ਹੀ ਕਹਿ ਦਿੱਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਨ। ਪਰ ਸੰਗਤਾਂ ਉਸ ਵੇਲੇ ਨਾਮ ਨਾ ਲੈਣ ਕਰਕੇ ਉਹਨਾਂ ਫੇਰ ਵੀ ਕੋਈ ਚਿੰਤਾ ਨਹੀਂ ਕੀਤੀ ਵੀ ਗੁਰਾਂ ਨੇ ਜੋ ਕਹਿਤਾ ਹੈ ਉਹ ਪ੍ਰਗਟ ਹੋਵੇਗਾ, ਉਹ ਛਿਪਿਆ ਨਹੀਂ ਰਹਿ ਸਕਦਾ। ਸਭ ਕੀ ਇੱਛਾ ਪੂਰਨ ਕਰੇ। ਸਾਰੀਆਂ ਸਿੱਖ ਸੰਗਤਾਂ ਦੀ ਜੋ ਇੱਛਾ ਸੀ ਵੀ ਸਾਡੀ ਬਾਂਹ ਫੜਾ ਕੇ ਮਹਾਰਾਜ ਕਿਸੇ ਨੂੰ ਜਾਣ, ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪੂਰੀ ਕਰ ਦਿੱਤੀ। ਗਰੀਬ ਨਵਾਏ ਨਿਮਰਤਾ ਧਰੀ। ਸਾਰਿਆਂ ਨੇ ਨਿਮਰਤਾ ਵਿੱਚ ਆ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਧੌਣ ਝੁਕਾ ਕੇ ਮੱਥਾ ਟੇਕਿਆ। ਨਮੋ ਕਰੇ ਸਭ ਜਿੰਨੇ ਵੀ ਮਸੰਦ ਸਨ ਉਹਨਾਂ ਵੀ ਮਹਾਰਾਜ ਨੂੰ ਨਮਸਕਾਰ ਕੀਤੀ ਸੰਗਤਾਂ ਸਮੇਤ। ਹੁਣ ਇੱਕ ਵੱਖਰੀ ਸਥਿਤੀ ਬਣੀ ਹੈ ਵੀ ਬਹੁਤਾ ਸ਼ੋਕ ਵੀ ਹੈ ਸੰਗਤਾਂ 'ਚ ਤੇ ਆਨੰਦ ਵੀ ਹੈ। ਸ਼ੋਕ ਇਸ ਕਰਕੇ ਹੈ ਵੀ ਬਾਲਾ ਪ੍ਰੀਤਮ ਦਾ ਕਿੱਡਾ ਸੋਹਣਾ ਸਰੂਪ ਹੈ, ਥੋੜਾ ਚਿਰ ਹੀ ਅਸੀਂ ਦਰਸ਼ਨ ਕੀਤੇ ਆ, ਮਹਾਰਾਜ ਹੁਣ ਸਾਡੇ ਤੋਂ ਵਿਛੜ ਜਾਣਗੇ, ਸਰੀਰ ਦੇ ਇਹਨਾਂ ਦੇ ਦਰਸ਼ਨ ਨਹੀਂ ਹੋਣਗੇ। ਫਿਰ ਆਨੰਦ ਤਾਂ ਹੈ ਵੀ ਚਲੋ ਮਹਾਰਾਜ ਸਾਨੂੰ ਕਿਸੇ ਦੇ ਲੜ ਤਾਂ ਲਾ ਗਏ, ਗੁਰੂ ਸਾਹਿਬ ਨਵੇਂ ਥਾਂ ਤੇ ਸਾਡੀ ਬਾਂਹ ਫੜਾ ਗਏ, ਬਕਾਲੇ ਨਗਰ ਜਾ ਕੇ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ, ਸਿੱਖੀ ਬਣੀ ਰਹੇਗੀ, ਇਸ ਕਰਕੇ ਖੁਸ਼ ਵੀ ਹਨ। ਹਰਿਓ ਹੁਕਮ ਸਤਿਗੁਰ ਟੇਕਦਾਸ। ਜਦੋਂ ਇਹ ਸਾਰੀ ਮਰਿਆਦਾ ਹੋ ਗਈ ਤਾਂ ਮਹਾਰਾਜ ਸਾਹਿਬ ਜੀ ਨੇ ਜਿਹੜੇ ਨੇੜੇ ਸੇਵਕ ਸਨ ਉਹਨਾਂ ਨੂੰ ਹੁਕਮ ਕੀਤਾ, ਸੰਗਤ ਕੀ ਪੂਰਨ ਆਸ। ਵੀ ਹੁਣ ਸਾਰੀ ਸੰਗਤ ਦੀ ਆਸ ਜਿਹੜੀ ਹੈ ਉਹ ਪੂਰਨ ਹੋ ਗਈ ਹੈ, ਜਿਵੇਂ ਤੁਸੀਂ ਕਹਿੰਦੇ ਸੋ ਅਸੀਂ ਗੁਰੂ ਥਾਪ ਦਿੱਤੇ ਹਨ। ਕਹੋ ਸਬਨ ਸੋ ਪੂਰ ਅਗਾਰੀ। ਹੁਣ ਸਾਰੀ ਸੰਗਤ ਨੂੰ ਕਹੋ ਵੀ ਇੱਥੋਂ ਉੱਠ ਕੇ ਤੇ ਬਾਹਰਲੇ ਦਰਵਾਜ਼ੇ 'ਚ ਜਾ ਕੇ ਬੈਠ
ਬੈਠ ਜਾਵੋ ਫਿਰ ਹੋ ਕਰੋ ਸਤਨਾਮ ਉਚਾਰੀ ਤੇ ਉਥੇ ਬੈਠ ਕਰਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ। ਅਠ ਹੈ ਸੁਣੇ ਇੱਕ ਚਿਤ ਗੁਰਬਾਣੀ ਇੱਕ ਚਿਤ ਹੋ ਕੇ ਸਿੱਖ ਬਾਣੀ ਕੋਈ ਪੜ੍ਹਨ ਲੱਗ ਪੋ ਕੋਈ ਸੁਣਨ ਲੱਗ ਪੋ। ਜਾਗਰਣ ਕਰੇ ਹੋਏ ਸਬਦਾਨੀ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਹੁਕਮ ਦੇ ਦਿੱਤਾ ਹੈ ਵੀ ਸਾਰੀ ਸੰਗਤ ਅੱਜ ਸੋਵੇ ਕੋਈ ਨਾ ਘਰੇ ਕੋਈ ਨਾ ਜਾਵੇ ਜਾਗਰਣ ਕਰੋ ਬੈਠ ਕੇ ਗੁਰਬਾਣੀ ਦਾ ਪਾਠ ਕਰੋ ਤੇ ਸੁਣੋ ਰਲ ਮਿਲ ਕੇ। ਰਹਿਲ ਬੁਲਾਏ ਰਬਾਬੀ ਜੋਏ ਤੇ ਜਿਹੜੇ ਰਬਾਬੀ ਕੀਰਤਨ ਕਰਨ ਵਾਲੇ ਹਨ ਉਹਨਾਂ ਨੂੰ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਬੁਲਾ ਕੇ ਲੈ ਆਓ ਵੀ ਤੁਸੀਂ ਗੁਰਬਾਣੀ ਦਾ ਵੀ ਕੀਰਤਨ ਕਰੋ ਇੱਥੇ ਆ ਕੇ ਸਾਡੇ ਕੋਲ। ਕਰੇ ਸਪਰਨ ਕੀਰਤਨ ਸੋਏ ਇੱਥੇ ਕਰੇ ਸੋ ਪ੍ਰੇਮ ਕੀਰਤਨ ਸੋਏ ਜਿਹੜੇ ਪ੍ਰੇਮ ਦੇ ਸਹਿਤ ਕੀਰਤਨ ਕਰਨ ਗੁਰਬਾਣੀ ਦਾ। ਬਿਨਾ ਭਜਨ ਕਰਦੇ ਸਤਨਾਮ ਬਿਨਾ ਭਜਨ ਕਰਦੇ ਸਤਨਾਮ ਹਾਂ ਬਿਨਾ ਭਜਨ ਇੱਕ ਭਜਨ ਕਰਨ ਤੋਂ ਬਗੈਰ ਤੇ ਸਤਨਾਮ ਜਪਣ ਤੋਂ ਬਗੈਰ। ਨਹਿ ਕੈ ਬੋਲੇ ਤਿਰਹਿ ਜੋ ਧਾਮ ਨਹਿ ਕੋ ਬੋਲਹਿ ਥਿਰਹਿ ਜੋ ਧਾਮ। ਜਿੰਨੇ ਵੀ ਸਤਿਗੁਰੂ ਕਹਿੰਦੇ ਸਾਡੇ ਡੇਰੇ ਤੇ ਟਿਕਣਾ ਹੈ ਨਾ ਜਿਹੜੇ ਵੀ ਸਿੱਖ ਨੇ ਇੱਥੇ ਰਹਿਣਾ ਉਹ ਇੱਥੇ ਕੀਰਤਨ ਕਰੋ ਭਜਨ ਕਰੋ ਸਿਮਰਨ ਕਰੋ ਕੀਰਤਨ ਸੁਣੋ ਬਾਣੀ ਪੜ੍ਹੋ ਸੁਣੋ। ਇਸ ਤੋਂ ਇਲਾਵਾ ਕੋਈ ਦੂਜੀ ਗੱਲ ਨਾ ਕਰੇ ਕੋਈ ਵੀ। ਆਪ ਹਮ ਕਰੇ ਪਰਲੋਕ ਪਿਆਨਾ ਹੁਣ ਅਸੀਂ ਪਰਲੋਕ ਨੂੰ ਸੱਚਖੰਡ ਨੂੰ ਚਾਲਾ ਪਾਉਣ ਲੱਗੇ ਸਾਡੀ ਤਿਆਰੀ ਹੈ ਬਿਲਕੁਲ। ਮਨਿ ਏਕਾਕੀ ਨਿਜ ਅਸਥਾਨਾ ਅਸੀਂ ਆਪਣੇ ਨਿਜ ਸਥਾਨ ਤੇ ਸਾਰਿਆਂ ਤੋਂ ਇਕਾਂਤ ਵਾਸ ਹੋਣਾ ਚਾਹੁੰਦੇ ਇਕੱਲਿਆਂ ਹੀ ਇੱਥੇ ਰਹਿਣਾ ਚਾਹੁੰਦੇ ਕੋਈ ਸੰਗਤ ਨਾ ਸਾਡੇ ਨੇੜੇ ਰਹੇ। ਸੁਣ ਗੁਰ ਹੁਕਮ ਸਭਾ ਸਭ ਜੋਏ ਮਹਾਰਾਜ ਦਾ ਹੁਕਮ ਸੁਣ ਕੇ ਜਿੰਨੀ ਵੀ ਸੰਗਤ ਸਭਾ ਵਿੱਚ ਬੈਠੀ ਸੀ ਗੁਰਾਂ ਦੇ ਹਜ਼ੂਰ ਉਠ ਉਠ ਹੱਥ ਜੋੜ ਕਰ ਦੋਏ ਦੋਵੇਂ ਹੱਥ ਜੋੜ ਜੋੜ ਕਰਕੇ ਉੱਠ ਉੱਠ ਕੇ ਨਮਸਕਾਰ ਕਰਕੇ ਸਭ ਚਲੇ ਗਏ। ਨਮੋ ਕਰੇ ਦਰਸ਼ਨ ਕੋ ਦੇਖ ਮਹਾਰਾਜ ਨੂੰ ਨਮਸਕਾਰਾਂ ਕਰਦੇ ਨੇ ਆਖਰੀ ਵਾਰ ਦਰਸ਼ਨ ਵੇਖਦੇ ਨੇ ਭੁੱਖ ਹੈ ਹੋਰ ਦਰਸ਼ਨ ਕਰ ਲਈਏ ਹੋਰ ਮਹਾਰਾਜ ਦਾ ਸਰੂਪ ਵੇਖ ਲਈਏ। ਉਹ ਕਹਿੰਦੇ ਸੇਵਕ ਕਹਿੰਦੇ ਚਲੋ ਬਾਹਰ ਬਸ ਚੱਲੇ ਐਵੇਂ ਪੈਰ ਸਹਿਜੇ ਸਹਿਜੇ ਖਸਕਾਰੇ ਨੇ ਵੀ ਮਹਾਰਾਜ ਸਾਹਿਬ ਦੇ ਕੁਝ ਸਮਾਂ ਹੋਰ ਦਰਸ਼ਨ ਹੋਣ। ਜਿਨ ਕੇ ਮਸਤਕ ਭਾਗ ਵਸੇਖ ਜਿਨ੍ਹਾਂ ਦੇ ਮੱਥੇ ਦੇ ਬਹੁਤ ਹੀ ਵੱਡੇ ਭਾਗ ਹਨ ਉਹ ਬਾਲਾ ਪ੍ਰੀਤਮ ਸਤਿਗੁਰਾਂ ਦੇ ਸਰੂਪ ਨੂੰ ਵੇਖ ਰਹੇ ਹਨ। ਅਪਰ ਕਾਮਨਾ ਜੋ ਜੋ ਧਰੀ ਜਿਨੇ ਵੀ ਹੋਰ ਕੋਈ ਅੰਤਮ ਸਮੇਂ ਮਹਾਰਾਜ ਦੇ ਕੋਈ ਇੱਛਾ ਧਾਰਨ ਕੀਤੀ ਵੀ ਸਤਿਗੁਰੂ ਮੇਰਾ ਆਹ ਦੁੱਖ ਕੱਟ ਦਿਓ ਪੂਰਨ ਕੀਨ ਗੁਰੂ ਤਿਸ ਘਰੀ ਮਹਾਰਾਜ ਨੇ ਉਸ ਘੜੀ ਉਹਦੀ ਉਹੀ ਕਾਮਨਾ ਭਾਵਨਾਵਾਂ ਤੁਰੰਤ ਹੀ ਪੂਰੀ ਕਰ ਦਿੱਤੀ। ਅਦਕ ਪ੍ਰੇਮ ਜਤ ਬਿਸਰੈ ਗੁਰ ਤੇ ਬਹੁਤ ਪ੍ਰੇਮ ਵੈਰਾਗ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਲੋਂ ਸੰਗਤਾਂ ਵਿਛੜੀਆਂ। ਸੋਕ ਵਿਸਾਲ ਦੀਨ ਬੜ ਔਰ ਤੇ ਵਿਛੜਦਿਆਂ ਬੜਾ ਸ਼ੋਕ ਹੈ ਬਹੁਤ ਦੀਨ ਮਨੇ ਹੋਏ ਨੇ ਬਾਹਰ ਜਾਣਾ ਨਹੀਂ ਚਾਹੁੰਦੇ ਗੁਰਾਂ ਦਾ ਹੁਕਮ ਮੋੜ ਨਹੀਂ ਸਕਦੇ ਦੀਨ ਮਨੇ ਜੇ ਹੋ ਕਰਕੇ ਦੁਖੀ ਜੇ ਹੋ ਕੇ ਬਾਹਰ ਨਿਕਲੇ। ਸਿੱਖ ਸਮੁਦਾਇ ਪੌਰ ਪਰ ਥਿਰੈ ਫਿਰ ਸਮੂਹ ਸਿੱਖ ਸੰਗਤਾਂ ਬਾਹਰ ਦਰਵਾਜ਼ੇ ਪੌੜ ਤੇ ਆ ਕੇ ਅਸਥਿਤ ਹੋ ਗਈਆਂ। ਸਤਨਾਮ ਕੋ ਸਿਮਰਨ ਕਰੇ ਤੇ ਮਹਾਰਾਜ ਦੀ ਜਿਵੇਂ ਆਗਿਆ ਸੀ ਸਾਰੇ ਸਤਨਾਮ ਦਾ ਸਿਮਰਨ ਕਰਨ ਲੱਗ ਪਏ। ਲਗੇ ਰਬਾਬੀ ਕੀਰਤਨ ਕਰਵੇ ਬਾਬੀ ਮਹਾਰਾਜ ਸਾਹਿਬ ਦਾ ਹੁਕਮ ਮੰਨ ਕੇ ਕੀਰਤਨ ਕਰਨ ਲੱਗ ਪਏ ਗੁਰਬਾਣੀ ਰਾਗਾਂ ਚ ਪਾ ਕੇ ਗਾਉਂਦੇ ਹਨ। ਜਹ ਸੁਣਬੇ ਸਭ ਕਲਮਲ ਹਰਬੇ ਇਸ ਗੁਰਬਾਣੀ ਨਾਮ ਨੂੰ ਸੁਣ ਕੇ ਸਭ ਪਾਪ ਕੱਟੇ ਜਾਂਦੇ ਨੇ। ਮਹਾਰਾਜ ਨੇ ਸੱਚਖੰਡ ਜਾਣ ਤੋਂ ਪਹਿਲਾਂ ਕਿਹਾ ਸਿਮਰਨ ਕਰੋ ਜਿਵੇਂ ਸਤਿਗੁਰਾਂ ਕਿਹਾ ਉਵੇਂ ਸਾਰੀ ਸੰਗਤ ਹੀ ਕਹਿਣ ਲੱਗ ਪਈ ਵਾਹਿਗੁਰੂ 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 ਵਾਹਿਗੁਰੂ
ਤੇ ਸਿਮਰਨ ਦੇ ਵਿੱਚ ਜੁੜ ਗਈ ਹੈ। ਸਤਿਗੁਰੂ ਸਾਹਿਬ ਕੱਲ ਸੱਚਖੰਡ ਪਿਆਨਾ ਕਰਨਗੇ, ਉਹ ਪ੍ਰਸੰਗ ਆਉਣੇ ਨੇ। ਬਾਕੀ ਜੋ ਸੰਗਤ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਉਂਦੀ ਹੈ ਸੱਚਖੰਡ ਦੇ ਜਾਣ ਸਮੇਂ ਸਤਿਗੁਰਾਂ ਦੇ, ਉਹ ਕੱਲ੍ਹ ਨੂੰ ਲਿਆ ਸਕਦੇ ਨੇ। ਸੱਚਖੰਡ ਪਿਆਨਾ ਕਰਨ ਦੀਆਂ ਅਰਦਾਸਾਂ ਵੀ ਮਹਾਰਾਜ ਦੀਆਂ ਕੱਲ੍ਹ ਹਾਜ਼ਰੀਆਂ ਭਰਾਂਗੇ। ਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਿੰਦ ਬਖਸ਼ਣਹਾਰ ਹੈ, ਬਖਸ਼ ਲੈਣਾ। ਗੁਰੂ ਮਹਾਰਾਜ ਕਿਰਪਾ ਕਰਨ, ਦਰ ਘਰ ਵਿੱਚ ਆਉਂਦੀਆਂ ਆਈਆਂ ਸੰਗਤਾਂ ਦੇ ਕਾਰਜ ਰਾਸ ਕਰਨ। ਸਿੱਖ ਸਮੁਦਾਇ ਪੌਰ ਪਰ ਥਿਰੈ, ਸਤਨਾਮ ਕੋ ਸਿਮਰਨ ਕਰੇ, ਲਗੇ ਰਬਾਬੀ ਕੀਰਤਨ ਕਰਬੈ, ਜਿਹ ਸੁਨਬੇ ਸਭ ਕਲ ਮਲ ਹਰਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰਾਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸ਼ਰਣਾਗਤੀ ਕਿਰਪਾ